ARPI 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:32 ਹੋਏ ਨੇ ਤੇ 3 ਜੂਨ ਹੈ ਵਰਾ 2021 ਦਾ ਵੀਰਵਾਰ ਹੈ। 21 ਜੇਠ ਨਾਨਕ ਸੰਮਤ 553 ਨਿੱਘਾ ਹਾਰਦਿਕ ਸਵਾਗਤ ਹੈ ਜੀ। ਲੋਕ ਸੱਥ ਦੇ ਵਿੱਚ ਅੱਜ ਇੱਕ ਅੱਧੀ ਖਬਰ ਸੁਣਾ ਕੇ ਤੇ ਫਿਰ 3 ਜੂਨ ਦਾ ਇਤਿਹਾਸ, ਤੀਸਰੇ ਘੱਲੂਘਾਰੇ ਦੇ ਵਿੱਚ ਬੈਟਲ ਆਫ ਅੰਮ੍ਰਿਤਸਰ ਦੀ ਜੰਗ ਦੀ ਕਹਾਣੀ। ਕੱਲ ਨੂੰ ਇਸ ਤੇ ਗੱਲਬਾਤ ਵੀ ਹੋਏਗੀ, ਸੋਮਵਾਰ ਨੂੰ ਇਸ ਨੂੰ ਸਮਅਪ ਕਰਾਂਗੇ। ਅੱਜ ਮੈਂ 1:30 ਵਜੇ ਤੋਂ ਲਾਈਨਸ ਤੁਸੀਂ ਵੀ ਗੱਲਬਾਤ ਕਰਿਓ ਪੂਰੀ। ਪਹਿਲਾਂ ਤਾਂ 20ਵੀਂ ਸਦੀ ਦੇ ਆਪਾਂ ਸਿੱਖ ਇਤਿਹਾਸ ਦੀ ਗੱਲ ਕੱਲ ਆਪਾਂ ਆਖਰੀ ਦੌਰ ਤੇ ਪਹੁੰਚ ਗਏ ਸੀ ਜਦ ਮੋਬਿਲਾਈਜ਼ ਹੋ ਗਿਆ ਸੀ ਫੋਰਸਾਂ। ਸ਼੍ਰੀ ਦਰਬਾਰ ਸਾਹਿਬ ਦਾ ਨਿਆਰਾ ਮਹੱਤਵ, ਇਹਦੇ ਤੇ ਗੱਲ ਅੱਜ ਕਰਨੀ ਹੈ ਵੀ ਦਰਬਾਰ ਸਾਹਿਬ ਅਲੱਗ ਕਿਉਂ ਆ? ਬਾਕੀ ਧਰਮਾਂ ਦੇ ਸਥਾਨ ਢਹਿੰਦੇ ਆਏ, ਬਣਦੇ ਆਏ। 4 ਸਦੀਆਂ ਸੋਮਨਾਥ ਦਾ ਮੰਦਿਰ ਢਿਆ ਹੀ ਰਿਹਾ, ਬਣਾਇਆ ਹੀ ਨਹੀਂ ਤੇ ਪਰਾਂ ਕਰਕੇ ਬਣਾ ਲਿਆ। ਉਹ ਮੰਦਿਰ ਦਾ ਤੇ ਦਰਬਾਰ ਸਾਹਿਬ ਦਾ ਕੀ ਫਰਕ ਹੈ? ਯਰੂਸ਼ਲਮ ਦਾ ਫਰਕ ਕੀ ਹੈ? ਯਹੂਦੀਆਂ ਦੇ ਵੱਡੇ ਸਥਾਨ ਦਾ ਕੀ ਫਰਕ ਹੈ? ਈਸਾਈਆਂ ਦੇ ਵੱਡੇ ਸਥਾਨ ਦਾ ਕੀ ਫਰਕ ਹੈ? ਮੱਕੇ ਦਾ ਕੀ ਫਰਕ ਹੈ ਤੇ ਬਨਾਰਸ ਦਾ ਕੀ ਫਰਕ ਹੈ? ਤੇ ਦਰਬਾਰ ਸਾਹਿਬ ਦਾ ਨਿਆਰਾ ਮਹੱਤਵ ਸਿੱਖਾਂ ਲਈ ਕੀ ਹੈ? ਇਸ ਤੇ ਅੱਜ ਜਿੱਥੋਂ ਥਿੜਕੇ, ਜਿਹਨੂੰ ਆਮ ਮੰਦਿਰ ਵਾਂਗੂ ਸੋਚ ਕੇ ਵਜਲ ਢਾ ਦਿਆਂਗੇ, ਗੱਲੇ ਨਹੀਂ ਕੋਈ। ਇੰਦਰਾ ਦੀ ਬੇੜੀ ਦੇ ਵਿੱਚ ਚੜੇ ਹੋਏ ਪਾਪੀਆਂ ਦੀ ਲਾਈਨ ਬਹੁਤ ਲੰਬੀ ਸੀ ਤੇ ਇਸ ਨੂੰ ਅੱਜ ਤੁਹਾਡੇ ਸਾਹਮਣੇ ਕਰਾਂਗਾ ਮੈਂ। ਫਿਰ ਤੁਸੀਂ ਵੀ ਅੱਜ ਗੱਲ ਕਰਨੀ, ਕੱਲ ਨੂੰ ਵੀ ਆਪਾਂ ਸਾਰਿਆਂ ਦੀ ਥੋੜੀ ਸਾਂਝ ਪਾਵਾਂਗੇ ਸਾਰਿਆਂ ਨੂੰ। ਪਰ ਬੇਨਤੀ ਹੈ ਵੀ ਵੱਧ ਕਾਲਰ ਗੱਲ ਕਰ ਸਕਣ, ਸਮਾਂ ਲਾਇਓ ਥੋੜਾ, ਫਿਰ ਆਨੰਦ ਆਉਂਦਾ। 1844 247 1550 184424715550 ਔਨ 에ਅਰ ਨੰਬਰ ਹੈ। 1844 247 1550 ਤੇ ਸਾਰੇ ਪ੍ਰੋਗਰਾਮ ਲੋਕ ਸੱਥ ਤੇ ਪਵਨ ਜਵੰਦੇ ਵੱਲੋਂ ਪਾਏ ਹੁੰਦੇ ਨੇ। ਲੋਕ ਸੱਥ ਹੈ LOKSATTH। ਇਉਂ ਫੁਦਕਣ ਲੱਗਦੀ ਜਿੰਦ ਸਾਡੀ ਤੇਰੀ ਸ਼ੀਸ਼ ਮਹਿਲ ਮੁਸਕਾਨ ਉੱਤੇ। ਇਉਂ ਫੁਦਕਣ ਲੱਗਦੀ ਜਿੰਦ ਸਾਡੀ ਤੇਰੀ ਸ਼ੀਸ਼ ਮਹਿਲ ਮੁਸਕਾਨ ਉੱਤੇ। ਉੱਡੇ ਕਾਗ ਜਿਉਂ ਤੂਤਾਂ ਘੋਨਿਆਂ ਤੋਂ ਚਿੜੀ ਜ਼ਾਤ ਖੇਡੇ ਸਾਗਵਾਨ ਉੱਤੇ। ਮੋਰ ਪੰਖ ਦਾ ਬੂਟੜਾ ਚੌਰ ਕਰੇ ਹਵਾ ਅਥਰੀ ਦੇ ਫਰਮਾਨ ਉੱਤੇ। ਜਾਂ ਕਿਸੇ ਸ਼ਿਕਾਰੀ ਦਸਤੇ ਨੇ ਬੋਸਾ ਰੱਖਿਆ ਤੀਰ ਕਮਾਨ ਉੱਤੇ। ਹੈ ਮਹਿਕ ਜੋ ਪੈਂਦਾ ਰੇਤੜ ਵੇ ਚੌਕਣੀਆਂ ਦੇ ਫਸਲਾਣ ਉੱਤੇ। ਜਾਂ ਨੀਹਾਂ ਉੱਗੜ ਜਾਂਦੀਆਂ ਨੇ ਜਿਉਂ ਘੂੰਗਟ ਦੇ ਸਰਕਾਨ ਉੱਤੇ। ਜਿਉਂ ਸਹੇ ਨੇ ਛਾਲ ਲਗਾ ਦਿੱਤੀ ਜੰਗਲ ਦੀ ਕਿਸੇ ਢਲਾਣ ਉੱਤੇ। ਜਾਂ ਬੂਟੀਆਂ ਪਾਉਂਦਾ ਖੂਨ ਜਿਵੇਂ ਇੱਕ ਯੋਧੇ ਦੀ ਕਿਰਪਾਨ ਉੱਤੇ। ਇਉਂ ਫੁਦਕਣ ਲੱਗਦੀ ਜਿੰਦ ਸਾਡੀ ਤੇਰੀ ਸ਼ੀਸ਼ ਮਹਿਲ ਮੁਸਕਾਨ ਉੱਤੇ। ਉੱਡੇ ਕਾਗ ਜਿਉਂ ਤੂਤਾਂ ਘੋਨਿਆਂ ਤੋਂ ਚਿੜੀ ਜ਼ਾਤ ਖੇਡੇ ਸਾਗਵਾਨ। ਸ਼ੀਸ਼ ਮਹਿਲ ਮੁਸਕਾਨ ਹਰਮਨਜੀਤ ਲਿਖਦਾ। ਸਾਰਿਆਂ ਦਾ ਧੰਨਵਾਦ ਜੀ। 12:37 ਹੋਏ ਨੇ। ਕੈਮਲੂਪਸ ਦੇ ਵਿੱਚ ਮੂਲ ਵਾਸੀਆਂ ਦੀ ਕੋਈ ਨਸਲਕੁਸ਼ੀ ਦੀ ਜਿਹੜੀ ਦਾਸਤਾਨ ਸ਼ੁਰੂ ਹੋਈ ਹੈ ਉਹ ਹੁਣ ਟਿਕਣ ਦਾ ਨਾਂ ਨਹੀਂ ਲੈ ਰਹੀ। ਉਹਦੇ ਤੇ ਹੁਣ ਸਾਰੇ ਸਕੂਲਾਂ ਦੇ ਥੱਲੇ ਇਹ ਰਡਾਰ ਵਾਲਾ ਸਿਸਟਮ ਲਾ ਕੇ ਲੱਭਣਾ ਚਾਹੁੰਦੇ ਆ। ਇੰਡੀਪੈਂਡੈਂਟ ਇਨਵੈਸਟੀਗੇਸ਼ਨ ਦੀ ਗੱਲ ਚੱਲ ਰਹੀ ਹੈ। ਫਾਰਮਰ ਸੈਨੇਟਰ ਮਰੇ ਸਿੰਕਲੇਅਰ ਨੇ ਇਹ ਗੱਲ ਕੀਤੀ ਹੈ ਕਿ ਇਸ ਦੀ ਇਨਵੈਸਟੀਗੇਸ਼ਨ ਕਰਾਓ, ਇਹਨੂੰ ਚੈੱਕ ਕਰੋ ਸਾਰਾ ਤਾਂ ਹੋਊਗਾ। ਹੁਣ ਟਿਕਣੀ ਨਹੀਂ ਹੈ ਗੱਲ। ਇਹ ਦਬਸ਼ ਜਿਹੜੀ ਹੈ ਇਹ ਜਾਊਗੀ। ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਅੱਬਾਂ ਤੇ ਹੋ ਜਾਂਦੀ ਜਦ ਕਿਤੇ ਆਲੇ ਦੁਆਲੇ ਕੁਛ ਹੋਵੇ। ਚਾਹੇ ਫੋਰਟ ਮੈਕ ਦੇ ਵਿੱਚ ਅੱਗ ਨਾਲ ਤਬਾਹ ਹੋਏ ਘਰ ਹੋਣ,
ਜਾਂ ਕੁਝ ਵੀ ਹੋਵੇ ਤਿਆਰੀ ਕਰ ਦਿੱਤੀ ਹੈ। ਕੈਮਲੂਸ ਦੇ ਵਿੱਚ ਸੈਟਰਡੇ ਨੂੰ ਪਹੁੰਚਣ ਦੀ ਸਿੱਖ ਰਾਈਡਰਸ ਆਫ ਕੈਨੇਡਾ ਨੇ ਖੁੱਲ੍ਹਾ ਸੱਦਾ ਦਿੱਤਾ। 9 ਵਜੇ ਐਬਸਫੋਰਡ ਤੋਂ ਤੁਰਨਾ, ਮਾਲ ਦੇ ਵਿੱਚੋਂ ਮੋਟਰਸਾਈਕਲ ਤੇ ਹੋਵਾਂਗੇ। ਜਿਨ੍ਹਾਂ ਨੇ ਕਾਰਾਂ 'ਚ ਆਉਣਾ, ਕਾਰਾਂ ਵਾਲੇ ਵੀ ਆ ਸਕਦੇ ਨੇ, ਪਿਕਅਪ ਵਾਲੇ, ਜਿਨ੍ਹਾਂ ਨੇ ਜਾਣਾ ਜਾ ਸਕਦੇ। ਆਪਣਾ ਆਪਣਾ ਸਾਰਿਆਂ ਦਾ ਅਰੇਂਜਮੈਂਟ ਆ। ਜਿਨ੍ਹਾਂ ਨੇ ਮੁੜ ਕੇ ਆਉਣਾ ਮੁੜ ਸਕਦੇ ਨੇ, ਜਿਹਨੇ ਉੱਥੇ ਰਹਿਣਾ ਰੁਕ ਸਕਦਾ ਕੋਈ। ਜੇ ਉੱਥੇ 2 ਵਜੇ ਤੋਂ ਬਾਅਦ ਅਰਦਾਸ ਹੋਏਗੀ ਉਸ ਜਗ੍ਹਾ ਤੇ ਜਾ ਕੇ, ਇਸ ਨੂੰ ਆਰਗੇਨਾਈਜ਼ ਅਸੀਂ ਕੀਤਾ। ਤੇ ਲੋਕਲ ਬੈਂਡ ਜਿਹੜੇ ਨੇ, ਉਹ ਨੇਟਿਵ ਜਿਹੜੇ ਨੇ, ਉਹ ਕੋਸ਼ਿਸ਼ ਕਰ ਰਹੇ ਨੇ ਸਾਡੇ ਨਾਲ ਟਰੈਵਲ ਕਰਨ ਦੀ। ਇਹ ਦੁੱਖ ਦੀ ਦਾਸਤਾਨ ਹੈ, ਮਹਿਸੂਸ ਕਰਨ ਦੀ ਗੱਲ ਹੈ। ਮੈਂ ਅਗਲੇ ਹਫ਼ਤੇ ਸੀਰੀਜ਼ ਚਲਾਉਣੀਆਂ ਨੇ। ਜਿਹੜੇ ਸਰਵਾਈਵਰ ਨੇ ਉਹਨਾਂ ਨੇ ਕੀ ਕਿਹਾ ਕਿ ਮੈਂ 9 ਖਿੱਚ ਦਿੱਤੇ ਸਿਰਫ ਆਪਣੀ ਭਾਸ਼ਾ ਬੋਲਣ ਤੇ। ਇੱਕ ਸਰਵਾਈਵਰ ਨੇ ਦੱਸਿਆ, ਮੇਰੇ 9 ਖਿੱਚ ਤੇ ਮੈਂ ਸਿਰਫ ਆਪਣੀ ਭਾਸ਼ਾ ਬੋਲੀ। ਮੈਂ 7 ਵਰ੍ਹਿਆਂ ਦੀ ਸੀ, ਕਹਿੰਦੀ। ਕਮਾਲ ਹੋ ਗਈ। ਕਿੱਡੇ ਸੋਹਣੇ ਦੇਸ਼ ਲੱਗਦੇ ਨੇ, ਕਿੱਡਾ ਵਧੀਆ ਲੱਗਦਾ। ਇਸ ਤਰ੍ਹਾਂ ਹੀ ਭਾਰਤ ਵੀ ਸਾਰਿਆਂ ਨੂੰ ਵਧੀਆ ਲੱਗਦਾ, ਘੱਟ ਗਿਣਤੀ ਵਾਲਿਆਂ ਨੂੰ। ਉਹ ਕਹਿੰਦਾ ਨਾ ਮਸਾਂ ਦਾ ਦੇਸ਼ ਲਿਆ ਯਾਰ, 100 'ਚੋਂ 93 ਸਿਰ ਦਿੱਤੇ ਆ ਸੀ। ਫਿਰ ਪਤਾ ਹੀ ਨਾ ਲੱਗਿਆ ਵੀ ਟੈਂਕ ਕਦਰਾਂ ਤੇ ਆ ਖੜੇ। 2 ਦਰਜੇ ਦੇ ਸਤ ਜਰਨੈਲ ਸਿੰਘ ਖਾਲਸਾ ਦੇ ਉਹਨਾਂ ਦੇ ਕੋਲ ਜਿਹੜਾ ਜਸਵੰਤ ਕੰਵਲ ਜਾਂਦਾ, ਜਸਵੰਤ ਕੰਵਲ ਜਾ ਕੇ ਗੱਲ ਕਰਦਾ ਹੈ, ਬਈ ਸੰਤ ਜੀ, ਬਈ ਆ ਜਿਹੜਾ ਪੜ੍ਹਦੇ ਹੋ, ਮੇਰਾ ਸਿਰ ਜਾਵੇ ਤੇ ਜਾਵੇ, ਸਿੱਖੀ ਸਿਦਕ ਨਾ ਜਾਏ, ਪੰਛੀ ਇਕੱਲਾ ਇਹਦੇ ਮਗਰ ਸ਼ਿਕਾਰੀ ਬਹੁਤੇ। ਤੇ ਉਹ ਕਹਿੰਦਾ ਨਾ ਟੱਕਰ ਲਈਏ, ਆਪਾਂ ਰਹਿਣ ਦੀਏ। ਸੰਤ ਜੀ ਕਹਿੰਦੇ ਕਮਲ ਅਰਦਾਸ ਕਰਤੀ, ਪਿੱਛੇ ਹਟਣ ਦੀ ਕਹਾਣੀ ਨਹੀਂ। ਸਿਰ ਕਾਹਦਾ? ਇਹ ਸੰਤ ਫਤਿਹ ਸਿੰਘ ਤੇ ਤਾਰਾ ਸਿੰਘ ਨਹੀਂ। ਸਿਰ ਦਊਂਗਾ, ਬਚਨ ਤੋਂ ਪਿੱਛੇ ਨਹੀਂ ਹੋਣਾ। ਫਿਰ ਕੀ ਪਤਾ ਕਦ ਮੌਕਾ ਮਿਲੇ ਨਾ ਮਿਲੇ। ਹਮੇਸ਼ਾ ਗਦਾਰਾਂ ਦੀ ਧਾਰ 'ਚ ਥੋੜਾ ਮੈਂ ਜੰਮਣਾ। ਅਰਦਾਸ ਤੋਂ ਪਤਾ ਨਹੀਂ 12 ਬੋਰ ਦੀਆਂ ਗੰਨਾਂ ਜਿਹੜੀਆਂ ਟੈਂਕਾਂ ਦੇ ਬਰਾਬਰ ਚੜ੍ਹਨਗੀਆਂ। ਇਹ ਗੱਲ ਆਪ ਲਿਖੀ ਹੈ ਕਮਲ ਨੇ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਤਰਜ ਜਿਹੜੀ ਰੱਜੇ ਢਿੱਡਾਂ ਦੀ ਢੋਲਕੀ ਵਾਲਿਆਂ ਨੂੰ ਫਿੱਟ ਤਾਂ ਨਹੀਂ ਆਉਂਦੀ ਇਹ, ਕਿਉਂਕਿ ਢਿੱਡ ਬਹੁਤ ਆਫਰ ਜਾਂਦੇ ਨੇ, ਭੁੱਖਾਂ ਕੱਢੀਆਂ ਪਈਆਂ ਨੇ, ਸਾਹ ਨਹੀਂ ਆਉਂਦਾ ਕਈਆਂ ਨੂੰ ਤਾਂ। ਤੇ ਪਰ ਸੁਣਨ ਵਾਲਿਆਂ ਨੂੰ ਵੀ ਪਤਾ ਹੈ, ਬੰਦਗੀ ਵੀ ਹੈ। ਇਹ ਨਹੀਂ ਮੈਂ ਕਹਿੰਦਾ ਵੀ ਸਾਰੇ ਇੱਕ ਤਰੀਕੇ ਨਾਲ ਸੋਚਦੇ ਆ। ਕਈਆਂ ਨੂੰ ਸੰਤ ਉਣੀ ਤੇ ਟਕਸਾਲ ਤੇ ਇਹ ਦਿਨ ਉਹਨੂੰ ਮਾੜੇ ਵੀ ਬਹੁਤ ਲੱਗਦੇ ਆ। ਕਈ ਇਹਨਾਂ ਦਿਨਾਂ ਤੇ ਜਿੱਥੇ ਖੂਨ ਦੇ ਹੰਝੂ ਛਿੜਦੇ ਆ, ਉੱਥੇ ਮਾਣ ਵੀ ਕਰਦੇ ਆ ਯੋਧਿਆਂ ਤੇ, ਵੀ ਹਾਂ ਅਸੀਂ ਵੀ ਦੇਖ ਲਿਆ ਅਬਦਾਲੀ ਦੇ ਟਾਈਮ ਦੀ 18ਵੀਂ ਸਦੀ, ਅਸੀਂ ਕਿਹੜਾ ਵੇਖੀ ਸੀ। ਫਿਰ ਲੱਖ ਬੰਦਾ ਆਇਆ ਤੇ 30 ਉਹ ਖੜੇ ਸੀ, ਕਹਿੰਦੇ ਬਾਬਾ ਗੁਰਬਖਸ਼ ਸਿੰਘ ਨੇ ਕਿਵੇਂ ਸ਼ਹੀਦਗੰਜ ਫਿਰ ਬਣਿਆ। ਖਾਲਸਾਈ ਬਾਣੇ ਤੇ ਗਾਨੇ ਬੰਦ ਲਏ, ਕਹਿੰਦੇ ਆ ਜਾਓ। ਕਹਿੰਦੇ ਤੁਸੀਂ ਕੀ ਕਰੋਗੇ? ਕਹਿੰਦਾ ਵਰਤਾ ਸਹੀ ਅੰਦਰ। ਅਬਦਾਲੀ ਜਦ ਗਿਆ ਨਾ ਰਹੀੜਿਓਂ, ਉੱਪਰ ਹੀੜੇ ਤੋਂ ਆਦਮਬੋ ਕਰਦਾ, 4 ਅੰਦਰ ਸੀ, ਸਿਰਫ 4। ਉਹ ਕਹਿੰਦੇ ਬਾਹਰ ਨਿਕਲੋ, ਕਹਿੰਦੇ ਬਾਹਰ ਨਹੀਂ, ਤੁਸੀਂ ਆ ਜਾਓ ਅੰਦਰ। ਤੇ ਜਦ ਖੰਡਾ ਖੜਕਿਆ, ਲੱਗੇ ਆਹੂ ਲਾਉਣ। ਇਹ ਕਿਤੇ ਇੱਕ ਵਾਰ ਨਹੀਂ ਹੋਇਆ, ਗਰਜਾ ਸਿੰਘ ਬੋਤਾ ਸਿੰਘ ਵੇਲੇ ਵੀ ਹੋਇਆ। ਜਦ ਪਿੱਠਾਂ ਜੁੜਦੀਆਂ ਨੇ ਅਖੀਰ ਦੇ ਵਿੱਚ, ਜਦ ਪਹਿਲਾਂ ਬਰਾਬਰ ਬੰਦਿਆਂ ਦੇ ਭੇਜਦੇ ਨੇ, ਫਿਰ ਉਹ ਕਹਿੰਦੇ ਰਹਿਣ ਦਿਓ ਯਾਰ, ਇਹਦਾ ਪੰਗਾ ਕੀ ਹੈ। ਫੜਕੂ ਬਾਅਦ ਚ ਕਿਸੇ ਤੋਂ 47 ਫੜ ਲਈ। ਮੋਟੇ ਢਿੱਡ ਵਾਲੇ ਪੁਲਸੀਏ ਨੂੰ ਕੌਕ ਨਾ ਕਰਨੀ ਆਵੇ ਕਿਵੇਂ ਚਲਾਉਣੀ ਹੈ। ਉਹ ਕਹਿੰਦਾ ਚੱਲਣੀ ਕਿਵੇਂ? ਕਹਿੰਦਾ ਫੜਾ ਉਰੇ। ਉਹ ਫੜਾਉਣ ਲੱਗਾ, ਥਾਣੇਦਾਰ ਕਹਿੰਦਾ ਮਰਨਾ ਕਿਹਨੂੰ ਫੜਾਉਣਾ? ਇਹ ਸ਼ਸਤਰਾਂ ਦੀ ਭੇਟਾ ਜਿਹੜੀ ਹੈ ਨਾ, ਡੱਗਿਆਂ ਦੀ ਕਹਾਣੀ, ਇਹ ਹਰ ਇੱਕ ਦੇ ਵੱਸ ਨਹੀਂ। ਟੋਕੜਾਂ ਨੇ ਜਿਨ੍ਹਾਂ ਦੇ ਰੂਹ ਰੀੜ ਦੀ ਹੱਡੀ ਹੈ ਨਹੀਂ, ਉਹਨਾਂ ਨੇ ਕਿਹੜੀਆਂ ਗੱਲਾਂ ਇਹਨਾਂ ਦੀਆਂ ਕਰ ਲੈਣੀਆਂ। ਬਕਾਊ ਮਾਲ ਨੇ, ਟਕੇ ਟਕੇ ਤੇ ਕੌਮ ਵੇਚਦਿਆਂ ਨੇ, ਉਹਨਾਂ ਨੇ ਕੀ ਕਰ ਲੈਣੀ ਹੈ ਇਹਦੀ ਗੱਲ। ਦੁਸ਼ਮਣ ਦਾ ਵੀ ਮਾਣ ਕਰੋ, ਐਡਾ ਯੁਰਕਾ ਚਾਹੀਦਾ। ਸੱਚ ਦੀ ਗੱਲ ਜਿਹੜੀ ਹੈ ਉਹਦੇ ਵਰਗੀ ਰੀਸ ਨਹੀਂ ਹੈ। ਡੱਫ ਜਿੰਨੀ ਮਰਜ਼ੀ ਬਚਾਈ ਜਾਓ, ਸਭ ਪਤਾ ਕੀ ਕੌਣ ਕੀ ਕਰ ਰਿਹਾ। ਤੇ ਅਖੀਰ ਫਿਰ ਉਹ ਕਹਿੰਦੇ ਨਾ ਇਹਨਾਂ ਨੂੰ ਰਹਿਣ ਦਿਓ। ਉਹਨਾਂ ਨੇ ਕੁੰਡਾ ਲਾ ਲਿਆ, ਬਰੂਦ ਦੇ ਕੁੱਪਿਆਂ ਨਾਲ ਜਦ ਦਰਬਾਰ ਸਾਹਿਬ ਉਡਾਇਆ, ਵਿੱਚੇ ਉਹਨਾਂ ਨੂੰ ਉਡਾਇਆ ਜਦ ਟਾਕੇ ਵੱਜੀ ਹੈ।
ਅਬਦਾਲੀ ਦੇ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਦ ਨਸਲ ਕੁਸ਼ੀਆਂ ਆ ਤਾਂ ਹੁਣ ਜਿੱਥੇ ਬੈਠੇ ਹੋ, ਇਹ ਤਾਂ 70 ਸਾਲ ਪੁਰਾਣਾ ਦੇਸ਼ ਨਹੀਂ ਨਾ ਹੈ। 80 ਸਾਲ ਜਦ 84 ਹੋਇਆ, ਇਹਨੂੰ ਤਾਂ ਬਹੁਤ ਸਾਲ ਹੋ ਗਏ। ਇਹ ਤਾਂ ਬੈਸਟ ਆਫ ਬੈਸਟ ਹੈ। ਪਰ ਧਾੜਵੀਆਂ ਨੇ ਇੱਥੇ ਆ ਕੇ ਵੀ ਕਹਿੰਦੇ ਜਗ੍ਹਾ ਤਾਂ ਦੇਤੀ, ਉਹ ਕਹਿੰਦੇ ਰਹਿ ਲਓ, ਕੋਈ ਨਾ, ਤੁਸੀਂ ਫਰ ਦਾ ਵਪਾਰ ਕਰ ਲਓ, ਲੈ ਜਾਓ ਫਰ, ਕੋਈ ਗੱਲ ਨਹੀਂ, ਸਾਡੀ ਜਗ੍ਹਾ ਰਹੋ। ਤਾਂ ਕਹਿੰਦੇ ਨਾ ਨਾ, ਹੁਣ ਜਗ੍ਹਾ ਵੀ ਸਾਡੀ ਆ, ਖਤਮ ਕਰਨਾ, ਤੁਹਾਡੀ ਨਸਲ ਕੁਸ਼ੀ ਕਰਨੀ। ਇਹ ਬੈਂਡ ਬਣਾਵਾਂਗੇ ਤੁਹਾਡੇ, ਫਿਰ ਅਸੀਂ ਨੇਟਿਵ ਲੈਂਡ ਬਣਾਵਾਂਗੇ, ਫਿਰ ਅਸੀਂ ਰਿਜ਼ਰਵ ਬਣਾਵਾਂਗੇ, ਤੁਹਾਡੀ ਜ਼ਮੀਨ ਦੇ ਵਿੱਚ ਹੀ ਤੁਹਾਡੇ ਲਈ ਜਗ੍ਹਾ ਬਣਾਵਾਂਗੇ। ਆ ਤੁਹਾਡੀ ਆ ਵੀ, ਇੱਥੋਂ ਬਾਹਰ ਨਹੀਂ ਆਉਣਾ। ਖੱਬਲ ਇੱਥੇ ਠੰਡੇ ਪਾਣੀ ਨਾਲ ਨਹਾਓ ਤੁਸੀਂ, ਇੱਥੇ ਸੁੱਕਾ ਪੀਓ, ਇੱਥੇ ਦਾਰੂ ਪੀਓ, ਇੱਥੇ ਲੜਾਈਆਂ ਕਰੋ, ਇੱਥੇ ਕੁਛ ਕਰੋ, ਇੱਥੇ ਬਿਨਾਂ ਲਾਇਸੈਂਸ ਤੋਂ ਟਰੱਕ ਚਲਾਓ, 4 ਵੀਲਰ ਚਲਾਓ, ਮੀਟ ਸਮੋਕ ਕਰੋ, ਕੁਛ ਕਰੋ। ਇਹ ਯੂ ਆਰ ਰਿਜ਼ਰਵ। ਬਸ ਉਹਨਾਂ ਦੀ ਸਾਰੀ ਲੈਂਡ ਤੋਂ ਬਾਅਦ ਰਿਜ਼ਰਵ। ਇਹਨਾਂ ਦੇ 3 ਸਾਲ ਤੋਂ ਲੈ ਕੇ 10-12 ਸਾਲਾਂ ਦੇ ਜਿਹੜੇ ਮਾਰ ਕੇ ਦੱਬਤੇ, ਉਹਨਾਂ ਦੀ ਹੁਣ ਗੂੰਜ ਪੈਂਦੀ। ਤੇ ਇਹਨੂੰ ਸੁਣਿਓ ਕਿ ਇੱਕ ਬੰਨੇ ਜਿੱਥੇ ਸ਼ਖਸੀਅਤਾਂ ਦੇ ਟਾਕਰੇ ਨੇ, ਜਿੱਥੇ ਮਸਾਂ ਜਿਹੜੀਆਂ ਸਦੀਆਂ ਤੋਂ ਬਾਅਦ ਕਿਤੇ ਤਖਤ ਮਿਲਿਆ, ਉੱਥੇ ਤਖਤ ਤੇ ਬੈਠਣ ਵਾਲੇ ਫਿਰ ਕਰਦੇ ਕੀ ਹੋਣਗੇ? ਕਦੇ ਇਹ ਸੋਚਣਾ ਹੁਣ ਕੀ ਹੁੰਦਾ? ਦੁਨੀਆ ਸਾਰੀ ਉੱਜੜ ਰਹੀ ਆ, ਦੇਸ਼ ਮਰ ਰਿਹਾ। ਕਹਿੰਦਾ ਨਾ ਨਾ, ਇਹ ਨਹੀਂ ਕਹਾਣੀ। ਅਸੀਂ ਡਿਊ ਦੋਨੇ, ਜਿਹੜੇ ਮੈਂ ਤੇ ਅਮਿਤ ਸ਼ਾਹ, ਸਾਡੇ ਵਰਗਾ ਨਹੀਂ ਕੋਈ ਹੈ। ਤੁਸੀਂ ਸਾਡੇ ਨਾਲ ਕੀ ਗੱਲ ਕਰਨੀ ਹੈ? ਕਿੱਥੋਂ ਕਿੱਥੇ ਜਾਂਦੀ ਹੈ ਕਹਾਣੀ? ਇਹ ਤਾਂ ਆਮ ਪਰਿਵਾਰਾਂ ਚੋਂ ਆ। ਜਿਹੜੀ ਜੰਮੀ ਪ੍ਰਧਾਨ ਮੰਤਰੀ ਦੇ ਘਰੇ ਹੈ, ਜਿਹਦੇ ਬਦਮਾਸ਼ੀਆਂ ਚੜ੍ਹਦੀ ਜਵਾਨੀ ਚ ਕੀਤੀਆਂ ਨੇ, ਉਹਦੇ ਸਾਹਮਣੇ ਉਹ ਕਹਿੰਦੀ, ਮੇਰੇ ਸਾਹਮਣੇ ਇੱਕ ਟਕਸਾਲ ਦਾ ਸਾਧ ਮੈਨੂੰ ਕਹੇ, ਚੈਲੰਜ ਕਰੇ ਵੀ ਘਾਹ ਲੈ ਕੇ ਆਉ, ਉਹਨੂੰ ਮੈਂ ਦੱਸੂ ਵੀ ਮੈਂ ਕੀ ਹੈ। ਪਰ ਜਿਹੜੇ ਧਾੜਵੀ ਸੀ, ਉਹਦੇ ਬਾਅਦ ਉਹ ਜੂਨ 84 ਤੋਂ ਬਾਅਦ ਸੌਂ ਕੇ ਨਹੀਂ ਵੇਖਿਆ। ਸੁੰਦਰ ਜੀ ਦੇ ਬਾਰੇ ਉਹਦੀ ਘਰ ਵਾਲੀ ਨੇ ਕਿਹਾ ਵੀ ਕਮਲਾ ਹੋ ਗਿਆ, ਕਮਲਾ, ਮਾਨਸਿਕ ਹਾਲਤ, ਮੰਜੇ ਤੋਂ ਨਹੀਂ ਉੱਠਿਆ। ਪਰ ਜਿਹੜੇ ਗਦਾਰਾਂ ਟੋਡੀਆਂ ਨੇ ਅੰਗਰੇਜ਼ਾਂ ਦੀਆਂ ਨੌਕਰੀਆਂ ਕੀਤੀਆਂ, ਬਰਾੜ ਵਰਗਿਆਂ ਨੇ, ਉਹਨਾਂ ਨੂੰ ਤਾਂ ਉਹ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਸੀ, ਮੈਂ ਤਾਂ ਫਿਲੀਪੀਨਸ ਚੱਲਿਆ ਛੁੱਟੀ ਮਨੀਲੇ। ਉਹ ਕਹਿੰਦੇ ਵੀ ਸਵੇਰੇ ਪਹੁੰਚ ਚੰਡੀ ਮੰਦਰ, ਤੇ ਤੂੰ ਆਰਮੀ ਦਾ ਜਰਨੈਲ ਆ, 2-2 ਡੇਢ ਸਾਲ ਹੋ ਗਏ ਚਕਰਾਤੇ ਦੇ ਸਸਰਾਵਾਂ ਦੇ ਵਿੱਚ ਜਿਹੜੀਆਂ ਤਿਆਰੀਆਂ ਹੋ ਰਹੀਆਂ, ਤੈਨੂੰ ਨਹੀਂ ਪਤਾ ਹੈ। ਤੂੰ ਕਿਤੇ ਯਮਨ 'ਚ ਬੈਠਾ ਨਾ। ਮਤਲਬ ਐਡੀ ਵੱਡੀਆਂ ਕਹਾਣੀਆਂ ਵੀ ਇਹਨੂੰ ਵੀ ਐ ਪ੍ਰਗਟ ਕਰ ਦਿਓ ਵੀ ਨਾ, ਇਹ ਤਾਂ ਸਡਨ ਹੋਇਆ, ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਹੋ ਗਿਆ। ਬਸ ਫੇਰ ਹੋ ਸਾਡੇ ਕੋਲ ਚੁਆਇਸ ਕੋਈ ਨਹੀਂ ਸੀ। ਉਹ 3 ਤਰੀਕ ਨੂੰ ਜੀ ਉਹ ਹਮਲਾ ਜੀ ਉਹ ਪਾਕਿਸਤਾਨ ਨੂੰ ਕਹਿਤਾ ਜੀ, ਤੇ ਜੇ ਤੇ ਲੌਂਗੋ ਵਾਲੀਏ ਹਰਚੰਦ ਸਿੰਘ ਦੇ ਕਹੇ ਤੇ ਉਹਨਾਂ ਨੂੰ ਦੇਸ਼ ਦੀ ਅਖੰਡਤਾ ਨੂੰ ਖਤਰਾ ਹੋਇਆ। ਜਿਹੜਾ ਜਿਹਦੇ ਚੇਲੇ ਬਾਲ ਕੇ ਮਿਲਦੇ ਆ ਕੇ ਤੁਹਾਨੂੰ 1.25 ਸਾਲ ਤੋਂ। ਅੱਛਾ, ਹੁਣ ਦਰਬਾਰ ਸਾਹਿਬ ਦੇ ਬਾਰੇ ਮੈਂ ਗੱਲ ਜਿਹੜੀ ਤੁਹਾਡੇ ਨਾਲ ਕਰਨੀ ਚਾਹੁੰਦਾ ਵੀ ਦਰਬਾਰ ਸਾਹਿਬ ਨੂੰ ਦੇ ਬਾਰੇ ਆਮ ਲੋਕਾਂ ਦੀ ਰਾਏ ਤੇ ਪਰ ਅਲੱਗ ਕੀ ਆ ਦਰਬਾਰ ਸਾਹਿਬ। ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਕਿ ਜਦ ਦਰਬਾਰ ਸਾਹਿਬ ਜਾਓ, ਦੇਖਿਓ ਸਲੈਬਾਂ ਤੇ ਭੱਜ ਕੇ ਦਗੜ ਕਰਦੇ ਨਾ ਜਾਇਓ। ਇੱਕ ਇੱਕ ਸਲੈਬ ਥੱਲੇ ਸੈਂਕੜੇ ਸਿੰਘਾਂ ਦੇ ਸਿਰ ਨੇ। ਇਹ ਵੀ ਸੱਚ ਹੈ ਗੱਲ। ਹੁਣ ਇਹਦੇ ਚ ਇਹ ਜਿਹੜਾ ਅਲੱਗ ਉਸ ਜਗ੍ਹਾ ਨੂੰ ਅਲੱਗ ਜਿਹੜੀ ਉਹਦੀ ਸੋਚਣੀ ਤੇ ਉਸ ਜਗ੍ਹਾ ਦੇ ਵਿੱਚ ਕੀ ਉਹ ਸਮੂਹ ਆ ਜਿਹੜਾ ਉਹ ਇੱਕ ਬਿਲਡਿੰਗ ਜਿਹੜੀ ਹੈ ਉਹ ਕੀ ਹੈ। 47 ਤੋਂ ਬਾਅਦ ਇਹ ਖੈਰ ਜਿਹੜੇ ਨੱਕ ਚਾੜਦੇ ਸੀ ਨਾ ਸੈਕੂਲਰ ਸੋਚ, ਇਹ ਬੜਾ ਖਤਰਨਾਕ ਸ਼ਬਦ ਹੈ। ਇਹਦੇ ਥੱਲੇ ਬਹੁਤ ਲੋਕ ਲੁਕਦੇ ਆ। ਜੀਡੀ ਵੀ ਸੈਕੂਲਰ ਸੋਚ ਦੇ ਥੱਲੇ ਹੁੰਦੀ ਆ, ਕਾਂਗਰਸ ਵੀ ਸੈਕੂਲਰ ਸੀ। ਜਿਹੜਾ ਬੰਦਾ ਕਿਸੇ ਧਰਮ 'ਚ ਪੈਦਾ ਹੋਇਆ, ਜਾਂ ਤਾਂ ਉਹ ਬਿਲਕੁਲ ਹੀ ਕਹਿ ਦੇਵੇ ਮੈਂ ਧਰਮ ਤੇ ਰੱਬ ਨੂੰ ਨਹੀਂ ਮੰਨਦਾ, ਮੈਂ ਨਾਸਤਿਕ ਹਾਂ, ਨਾ ਮੇਰਾ ਕੋਈ ਧਰਮ ਹੈ, ਨਾ ਮੇਰਾ ਕੋਈ ਰੱਬ, ਨਾ ਮੇਰਾ ਕੋਈ ਸਿੰਘ ਹੈ, ਨਾ ਮੇਰਾ ਕੌਰ ਹੈ, ਫਸਟ ਤੇ ਲਾਸਟ ਨੇਮ, ਉਹ ਤਾਂ ਮਾਫ ਹੈ ਉਹਨਾਂ। ਜਿਹੜੇ ਸਿੱਖ ਮੁਸਲਮਾਨ ਜਾਂ ਹਿੰਦੂ ਕਹਿੰਦੇ ਸੈਕੂਲਰ ਹੈ, ਹਮ ਨਹੀਂ ਸੈਕੂਲਰ ਹਾਂ ਜੀ ਅਸੀਂ, ਫਿਰ ਸੈਕੂਲਰ ਸਾਰੇ ਵਧੀਆ ਹੁੰਦੇ ਨੇ। ਸੈਕੂਲਰ ਸਭ ਧਰਮਾਂ ਦਾ ਮਾਣ ਕਰੋ, ਸਤਿਕਾਰ ਕਰੋ। ਇਹ ਸਭ ਤੋਂ ਵੱਡਾ ਗੀਦੀ ਦਾ ਸ਼ਬਦ ਹੈ। ਸੈਕੂਲਰ ਦਾ ਇਹ ਨਹੀਂ ਮਤਲਬ ਕਿ ਤੁਸੀਂ ਆਪਣੇ ਧਰਮ ਨੂੰ ਜਿਹੜੇ ਨੇ ਪੋਲੇ ਪੈਰੀ ਲੈ ਕੇ ਵੀ ਜਿਹੜਾ ਕੋਈ ਮਰਜ਼ੀ ਇਹ 'ਚ ਕਰਦਾ ਕਰੇ, ਵੱਧ ਕਰਦੇ ਘੱਟ ਕਰਦੇ।
सत्कार करो सब अच्छा है वाली कहानी नहीं है, ये भज्जन की कहानी है। ते सो ਇਹਦੇ 'ਚ ਹੀ 84 ਤੋਂ ਪਹਿਲਾਂ ਜਿਹੜੇ ਸਥਾਪਿਤ ਜੇ ਹੋ ਗਏ ਸੀ ਨਾ ਦਿੱਲੀ ਜਾ ਬੜੇ 47 ਵਿੱਚ ਧੱਕੇ ਹੋਏ ਅੱਗੇ ਚਲੇ ਗਏ, ਕੋਈ ਪੜ੍ਹਨ ਲਿਖਣ ਵਾਲੇ ਅਦਬੀ ਸੰਗਤ ਵਾਲੇ ਜਿਹੜੇ ਦਿੱਲੀ ਦੁੱਲੀ ਰਹਿੰਦੇ ਸੀ ਨਾ, ਉਹ ਜਾਂ ਜੂਨ 84 ਹੋਇਆ ਤੇ ਨਵੰਬਰ 84 ਹੋਇਆ ਨਾ, ਉਹਨਾਂ ਨੂੰ ਫਿਰ ਪਤਾ ਲੱਗਿਆ ਵੀ ਨਾ ਇਹ ਤਾਂ ਜਿਹੜੀ ਬਾਬਾ ਧੀਰ ਵਾਲਾ ਗੱਲ ਕਹਿੰਦਾ ਸੀ ਵੀ ਦੋਮ ਦਰਜੇ ਦੇ ਸ਼ਹਿਰ ਹੀ ਨਹੀਂ ਬਣਨਾ, ਇਹ ਤਾਂ ਗੱਲ ਸਹੀ ਹੈ। ਅਸੀਂ ਤਾਂ ਕਿਹਾ ਨਹੀਂ, ਅਸੀਂ ਤਾਂ ਇੰਦਰਾ ਦੇ ਗੁਣ ਗਾਇਨ ਕਰਦੇ ਹਾਂ, ਇਹ ਤਾਂ ਸਾਨੂੰ ਵੀ ਦਲਾਂ ਦੀ ਕਰਕੇ ਨਿਸ਼ਾਨਦੇਹੀ। ਫਿਰ ਸਾਰਿਆਂ ਨੇ ਲਿਖਿਆ, ਸੰਤ ਸਿੰਘ ਸੇਖੋਂ ਵਰਗਿਆਂ ਨੂੰ ਵੀ ਲਿਖਣਾ ਪਿਆ ਬਈ, ਤੇ ਗੁਰਵੇਲ ਸਿੰਘ ਪੰਨੂ ਵਰਗਿਆਂ ਨੂੰ ਲਿਖਣਾ ਪਿਆ ਜਿਹੜੇ ਬਿਲਕੁਲ ਮਾਰਕਸਵਾਦੀ ਵਿਚਾਰਧਾਰਾ ਦੇ ਪਰਚੇ ਛਾਪਦੇ ਸੀ, ਤੇ ਡਾਕਟਰ ਨਾਜਰ ਸਿੰਘ ਨੂੰ ਉਹ ਕਹਿੰਦੇ ਵੀ ਨਹੀਂ ਇਹ ਤਾਂ ਗੜਬੜ ਹੈ। ਤੇ ਇਹਦੇ 'ਚ ਜਿਹੜਾ ਉਹਨੂੰ ਕ੍ਰੀਏਟ ਕੀਤਾ 6 ਜਰਨੈਲ, 6 ਦੇ ਵਿੱਚੋਂ 4 ਸਿੱਖ, 1 ਮੁਸਲਮਾਨ, 1 ਹਿੰਦੂ, ਸਾਰਿਆਂ ਨੇ। ਬਾਕੀ 2 ਹੀ ਚੀਜ਼ਾਂ ਨੇ ਹੱਥ ਦੇ ਵਿੱਚ, ਟੀਵੀ ਆ ਤੇ ਰੇਡੀਓ ਆ, ਬਸ ਹੋਰ ਤਾਂ ਕੁਛ ਹੈ ਨਹੀਂ ਸੀ। ਦੁੱਖ ਐਡਾ ਸੀ ਕਿ ਕਾਂਗਰਸ ਦੀਆਂ ਹੀ ਐਮਪੀਆਂ ਜਿਹੜੀਆਂ ਅਮਰਜੀਤ ਕੌਰ ਵਰਗੀਆਂ ਜਿਹੜੀਆਂ ਪਟਿਆਲੇ ਦੇ ਸ਼ਾਹੀ ਘਰਾਣੇ ਦੀਆਂ ਨੂੰਹਾਂ ਸੀ, ਦਿੱਲੀ ਦੇ ਵਿੱਚ ਜੂਨ 84 ਤੋਂ ਬਾਅਦ ਬੂਟਾ ਸਿੰਘ ਤੇ ਉੱਥੇ ਦੇ ਰਿਸ਼ਪਾਲ ਸਿੰਘ ਨੇ ਰਲ ਕੇ ਇਕੱਠ ਜਾ ਕਰਕੇ ਇੱਕ ਜੇ ਦੇਖੀਏ ਸਭ ਠੀਕ ਹੈ, ਪ੍ਰੈਸ ਰਿਪੋਰਟਾਂ ਨਾਲ ਗੱਲ ਕਰਦਾ ਜੱਦਾ ਰਿਸ਼ਪਾਲ ਸਿੰਘ ਕਹਿੰਦਾ ਵੀ ਪ੍ਰਸ਼ਾਦਾ ਛੱਕ ਕੇ ਜਾ। ਐਮਪੀ ਪਟਿਆਲੇ ਦੀ ਕਾਂਗਰਸ ਦੀ ਜਾ ਕੇ ਉਹਨੇ ਸਟੇਜ ਤੇ ਰਿਸ਼ਪਾਲ ਸਿੰਘ ਦੇ ਮੂੰਹ ਤੇ ਥੱਪੜ ਮਾਰਿਆ। ਉਹ ਕਹਿੰਦੀ ਸ਼ਰਮ ਤਾਂ ਨਹੀਂ ਤੈਨੂੰ ਆਉਂਦੀ, ਬੇਸ਼ਰਮ ਬੰਦਿਆ, ਦਰਬਾਰ ਸਾਹਿਬ ਸਾਡਾ ਢਾਤਾ, ਤੈਨੂੰ ਖਾਣੇ ਦੀਆਂ ਦਾਵਤਾਂ, ਤੈਨੂੰ ਮੁਰਗ ਮੁਸਲਮ ਦੇਖਦੇ ਨੇ। ਆਹ ਲੈਵਲ ਸੀ ਜਦ ਸਿੱਖਾਂ ਨੂੰ, ਸਰਕਾਰੀ ਸਿੱਖਾਂ ਨੂੰ ਪਤਾ ਲੱਗਿਆ ਵੀ ਆਹ ਕੁਛ ਹੋਇਆ। ਪਰ ਇਹ ਸਾਰਿਆਂ ਦੇ ਕੰਗਰੋੜਾਂ ਇਹੋ ਜਿਹੀਆਂ ਹੈ ਨਹੀਂ ਸੀ। ਬਹੁਤ ਨੇ ਜਿਹੜੇ ਆ 5-7 ਸਾਲ ਹੋਏ ਨੇ ਜਿਹੜੇ ਹੁਣ ਹਟੇ ਨੇ, ਇਹ ਬਹੁਤ ਰੂਦ ਛਾਣਿਆ ਇੱਥੇ, ਕਿਉਂਕਿ ਹੈ ਨਹੀਂ ਸੀ ਕੁਛ। ਜਦ ਸਿਨੇ ਵਰਗੇ ਨੇ ਦੱਸਤਾ ਬਈ ਯਾਰ ਇਹ ਤਾਂ ਅਕਤੂਬਰ 81 ਦੇ ਵਿੱਚ ਮੇਰੇ ਤੋਂ ਟੈਂਕ ਮੰਗੀ ਜਾਂਦੇ ਸੀ, ਫਿਰ ਯੂਕੇ ਦੀਆਂ ਏਜੰਸੀਆਂ ਮਸਾਦ ਤੇ ਰਸ਼ੀਆ ਦੀ KGB ਨੰਗੀ ਹੋਈ, ਫਿਰ ਪਤਾ ਲੱਗਿਆ ਬਈ ਨਾ ਇਹ ਤਾਂ ਘਰ ਨੂੰ ਆਉਂਦੀ ਹੈ ਹੀਟ, ਹੁਣ ਥੋੜੇ ਜਿਹੀ ਨਰਮੀ ਸੋਚ ਚ ਹੋ ਜਾਓ, ਹੁਣ ਇਹ ਨਾ ਗੱਲ ਕਰੋ, ਹੁਣ ਲੋਕ ਖਿੱਚਣਗੇ ਫੜ। ਅਨੂਠਾ ਤੇ ਵਿਲੱਖਣ ਜਿਹੜਾ ਦਰਬਾਰ ਸਾਹਿਬ ਹੈ, ਉਹ ਉਸ ਨੂੰ ਅਲੱਗ-ਅਲੱਗ ਉਹਦੀਆਂ ਚੀਜ਼ਾਂ ਕਿਉਂ ਨੇ, ਜੇ ਉਹਨੂੰ ਕੱਲਾ ਧਾਰਮਿਕ ਮਰਕਜ਼ ਕਹਿੰਦੇ ਹੋ ਸਿੱਖਾਂ ਦਾ ਮੱਕਾ, ਉਦੋਂ ਵੀ ਵੱਧ ਹੈ। ਜੇ ਸੇਂਟ ਪੀਟਰਸ ਕਹਿੰਦੇ ਹੋ ਵੈਟੀਕਨ ਇਹ ਦੀਨੀ ਬਾਦਸ਼ਾਹੀ ਹੈ, ਉਹਦੇ ਨਾਲੋਂ ਵੀ ਵੱਧ ਹੈ, ਕਿਉਂਕਿ ਸਿੱਖ ਧਰਮ ਦੇ ਵਿੱਚ ਸਥਾਪਿਤ ਜਿਹੜੀ ਪੁਜਾਰੀ ਦੀ ਕੋਈ ਵਿਅਸਤਾ ਨਹੀਂ ਵੀ ਪੁਜਾਰੀਆਂ ਦੇ ਆਲੇ ਦੁਆਲੇ ਸਾਰਾ ਕੁਛ ਹੋ, ਤੇ ਨਾ ਹੀ ਅਦ੍ਰਿਸ਼ ਪ੍ਰਮਾਤਮਾ ਦਾ ਨਾਂ ਤੇ ਉਹ ਆਪਣਾ ਕੁਝ ਚਲਾ ਸਕਦੇ ਜਿਵੇਂ ਚੱਲਦਾ ਬਾਹਰ, ਨਾ ਹੀ ਕੋਈ ਅਜਿਹੀ ਸੈਂਚੀ ਹੈ ਜਿਹੜੀ ਪ੍ਰਵਾਨਿਤ ਇੱਕ ਸੈਂਚੀ ਹੋਵੇ ਕਾਨੂੰਨ ਦੀ, ਜਿਹਤੋਂ ਸੈਂਚੀ ਤੋਂ ਸਾਰਾ ਕੁਝ ਸੈੱਟ ਕੀਤਾ ਹੋਵੇ। ਨਾ ਬਨਾਰਸ ਹੈ ਕਿ ਸਿੱਖ ਧਰਮ ਹੈ, ਇਸ ਨੂੰ ਜਿਹੜਾ ਪਰੰਪਰਾ ਨੂੰ ਇਹੋ ਜਿਹੀ ਨੂੰ ਰੱਬੀ ਨੂਰ ਨੂੰ ਭੂਗੋਲ ਨਾਲ ਬੰਨ੍ਹਦਾ ਹੋਵੇ ਵੀ ਰੱਬ ਇੱਥੇ ਹੀ ਹੈ। ਯਰੂਸ਼ਲਮ ਹੈ ਜਿਹੜਾ ਖੁਦਾਈ ਆਗਮਨ ਦਾ ਇਤਿਹਾਸਕ ਕੇਂਦਰ ਹੈ, ਉਹਦੇ ਨਾਲੋਂ ਵੀ ਜਿਹੜੀ ਵੱਧ ਕਿਸੇ ਇਤਿਹਾਸਕ ਵਾਕਿਆ ਦੇ ਨਾਲ ਪ੍ਰਮਾਣਿਕਤਾ ਇਹਦੀ ਨਹੀਂ ਜੁੜੀ ਹੋਈ। ਸਹੀ ਮਾਨਿਆਂ 'ਚ ਇਹ ਸਿੱਖਾਂ ਦੀ ਰਾਜਧਾਨੀ ਵੀ ਨਹੀਂ ਹੈ, ਰਾਜਧਾਨੀ ਵਾਸਤੇ ਰਿਆਸਤ ਦੀ ਜ਼ਰੂਰਤ ਹੈ। ਜੇ ਕਿ ਸਿੱਖਾਂ ਕੋਲ ਰਿਆਸਤ ਹੋਵੇ ਉਹਦਾ ਵੀ ਮਤਲਬ ਪੱਕਾ ਨਹੀਂ ਕਿ ਵੀ ਦਰਬਾਰ ਸਾਹਿਬ ਹੀ ਉਸ ਦਾ ਪ੍ਰਬੰਧਕੀ ਕੇਂਦਰ ਹੋਵੇ। ਜੇ ਹੋ ਵੀ ਜਾਵੇ ਤਾਂ ਇਹ ਕੰਪਲੈਕਸ ਪ੍ਰਸ਼ਾਸਨਿਕ ਕੇਂਦਰ ਜਿਹੜਾ ਹੋਊਗਾ ਉਹਦੇ ਤੇ ਵੀ ਉਹਦੇ ਜਿਹੜੀ ਸੁਤੰਤਰਤਾ ਉਹਦੇ ਤੇ ਉਹਦਾ ਦਾਅਵਾ ਨਹੀਂ ਪੈ ਸਕਦਾ ਵੀ ਰਿਆਸਤ ਦੀ ਰਾਜਧਾਨੀ ਹੈ। ਸਿੱਖਾਂ ਕੋਲ ਆਜ਼ਾਦ ਬਾਦਸ਼ਾਹਤ ਹੋਵੇ ਨਾ ਹੋਵੇ, ਸੁਤੰਤਰਤਾ ਜਿਹੜੀ ਮੇਰੀ ਤੇ ਪੀਰੀ ਭਗਤੀ ਤੇ ਸ਼ਕਤੀ, ਆਜ਼ਾਦ ਬਾਦਸ਼ਾਹਤ ਸੋਵਰਨ ਸਟੇਟ ਦਾ ਜਿਹੜਾ ਧਾਰਮਿਕ ਤੇ ਸਿਆਸੀ ਉਹ
सब तो बड़ा मरकज है। ते लख लोग सियासतां उहनूं दब लैण, सियासतदान कुछ करन, पर इहदा दर्जा जिहड़ा बुलंद है ये मिट नहीं सकता था, क्योंकि जन्म सिद्ध किसी भी आग्ञा के आदेश का मुहताज नहीं है। ये जिहड़े शब्द ने सीधे करके नवाब कपूर सरदार कपूर सिंह उन्होंने अनूठा ते विलखण दरबार साहब ਉਹਦੇ बारे लिखे। अलग अलग चीज़ां ने इतिहास की जिहड़ी गवाही है ਉਹਦੇ ਚ ਇਹ है भी जद 1716 च बाबा बंदा सिंह बहादुर की शहादत तो बाद तो खालसे ने पहली बार अपनी रूहानी ते सियासी राजधानी नूं दरबार साहब दे विच दूरी बादशाह डबल सॉवरनिटी के तौर पर उन्होंने दरबार साहब दे विच जिहड़ा अपने सारा कुछ तब्दील किया। वपारक संदेश लै लईए, इत्थों ही आके अगे चल। अच्छा, हुण इतिहास के वाकिया नाल थोड़ा जिहा दरबार साहब बारे मैं दसना चाहुंदा भी ये सामने सी, पर नवे राजिਆਂ ਨੂੰ ਇਹ ਚੀਜ਼ਾਂ ਨਾਲ ਮਤਲਬ कहना ना ये की कहानी है, ये नहीं कोई गल है। बाबा बंदा सिंह बहादुर तो बाद जब टेक दरबार साहब आ गई तो 13 तो 26 तक 1713 तो 26 तक अब्दुसमद खान जकरिया के प्यो ने पंजाब दे विच ਸਿੰਘਾਂ ਦੇ खिलाफ बड़ी बड़ी मुहिम जिहड़ी ਉਹ जंगलों बेलियां ते मारूथलों च शन जुझारू खालसे नूं लैनी पई, टब्बर छड्डणे पए, पिट्ठू मुखबर पिछे पै गए, माझे च सिंह इकट्ठे होण लग। माझे दे विच ते दरबार साहब दे दर्शनां दे विच ते अब्दुसमद खान दीआं फौजां आपस विच जिहड़ी बहुत लुकड़ मीची होई। जॉन मैल्कम ने ये चीज लिखी, कहना एक समकाली मुसलमान लिखारी दसदा कि तेज रफ्तार सिख घोड़े च छूट वट के शरधा के केंद्र नूं आउंदे, कोशिश कहना अक्सर कहना जान तो हथ धो बहिंदे ते फड़े जांदे, मन ते टलन दी थां शहादत दा ताज जिहड़ा सिर नूं आउंदे। और मुस्लिम लेखक के अनुसार अमृतसर वाल जाता जो भी सिख पकड़िया जाता वो अपना धर्म छड्डण दी एक भी आधार नहीं। हुण यह तां जिहड़ा कोई जिहदे दिल च प्यार हो महसूस कर सकता है, बट रूपीए ने की किसी ने महसूस करना है? वो कहने गुरुद्वारे नूं असीं तां नहीं मनते, सिर ते पग है, मूँह ते दाढ़ी है, ते मनदे किहनूं होगा? कोई धर्म धर्म नहीं, है वैसे फैशन है, ये फैशन च असीं जवान होए मैं चल बन्नी रखते हैं पग, भालदे की है? अब्दुसमद खान के समय जद सारे पंजाब दे विच लभदे फिरदे आ लोग, भाई वीर सिंह ने दस्सिया कि संदलबार चों मनशा सिंह हुणी कहते भी सेवा नहीं हो रही, दरबार साहब घेरिया होया, कहते कल्ले सिख आके रात नूं घड़े दे नाल ओह सहारा लैके अंदर जाते, सारा समान लैके, सारा दिन अमृतसर तो बाहर खाई च किते पै रहे ते रात नूं जिहड़ा ओह अपना झाड़ू घ्यो दीवा वट्टी स्वाह दे विच जिहड़ी वट्टी स्वाह च लुको के कुज्जे च पा के कुछ अग गंधक लीरां लैके पहुंच जाते। कहते बहुत दिन चलता रहा। एक दिन कोई शासक आया, उन्हें देखा अंदर सफाई बहुत है, फिर उन्होंने फड़ लिया, शहीद होए। वो 40 तो लैके 65 तक 25 सालां दे विच सूबे नूं 5 वार बंद किया, 2 बार हरमंदर साहब ढाया पूरी तरीके नाल। 40 च जकरिए ने पहला साका वरताया जब उन्हें मंडियाली वाले रंगड़ नूं बिठाया। उहदे बाद 45 दे विच जकरिया मरदा, जब बन पैंदा पेशाब दा, ते पेशाब दा जब बन पैंदा तां शवेक सिंह होणां नूं कह के सिखां नूं पुछदा, वो कहंदे होया कि क्योंकि खोपरी भाई तारू सिंह दी लाती सी, पूरे नहीं सी होए, ते उन्होंने आप गल की, कहना ते तू पहला तैनूं मूहरे ला के लैके जाना। ये महसूस कर उही कर सकता है जिहड़ा उस गुरु च आशा रखता है, बाणी पढ़ने वाला। गल इत्थे आके मुल्लियां ने करती भी जुत्ती तारू सिंह दी सिर जकरी है।
ਜਾਂ ਸਿਰ 'ਚ ਵੱਜੇ ਧੌੜੀ ਦੀ ਜੁੱਤੀ, ਤੁਪਕਾ ਪਿਸ਼ਾਬ ਆ ਜਾਵੇ, ਕਹਿੰਦਾ ਹੋਰ ਮਾਰੋ। ਇਤਿਹਾਸਕਾਰਾਂ ਨੇ ਲਿਖਿਆ, ਮੁਸਲਮਾਨ ਇਤਿਹਾਸਕਾਰਾਂ ਨੇ ਵੀ ਲਿਖਿਆ, ਜੁੱਤੀ ਖੜਕੇ ਸਿਰ ਤੇ, ਕਹਿੰਦੇ ਉਧਰ ਜ਼ਕਰੀਆ ਤੁਰਿਆ, ਉਹਦੇ ਬਾਅਦ ਭਾਈ ਸਾਹਿਬ ਭਾਈ ਤਾਰੂ ਸਿੰਘ ਨੇ ਸ਼ਹੀਦੀ ਦਿੱਤੀ। 40-45 ਚ ਮਰ ਗਿਆ। 45 ਤੋਂ ਬਾਅਦ ਯਹੀਆਂ ਖਾਂ ਜਿਹੜਾ ਪੁੱਤ ਆਉਂਦਾ, ਉਹਦੇ ਨਾਲ ਜਿਹੜਾ ਦੀਵਾਨ ਆ ਲਖਪਤ ਰਾਏ, ਹਿੰਦੂ ਦੀਵਾਨ ਲਖਪਤ ਰਾਏ ਆ, ਸਭ ਤੋਂ ਵੱਡਾ ਉਹਨੇ ਜਿਹੜਾ ਕਹਿਰ ਕੀਤਾ 46 ਦੇ ਵਿੱਚ ਜੂਨ ਦੇ ਮਹੀਨੇ, ਜਿਹੜਾ ਕਾਹਨੂੰਵਾਨ ਦੀ ਛੰਭ ਦੇ ਵਿੱਚ ਸਰੀਰ ਪਿਘਲਾ ਤੇ ਦਰਖਤਾਂ ਨੂੰ ਅੱਗ, ਘੋੜਿਆਂ ਤੋਂ ਅੱਗ, ਬੁਰੇ ਹਾਲ ਤੇ ਵਰਦੀ ਅੱਗ ਦੇ ਵਿੱਚ ਉਹਨੂੰ ਕੀਤਾ। ਪਰ 46 ਚ ਹੋਇਆ, 47 ਚ ਵਿਸਾਖੀ ਦੇ ਸਮੇਂ ਖਾਲਸਾ ਫੇਰ ਦਰਬਾਰ ਸਾਹਿਬ ਇਕੱਠਾ ਹੋ ਗਿਆ ਤੇ ਨਾਲ ਹੀ ਮੀਲ ਦੀ ਵਿੱਥ ਤੇ ਕਿਲਾ ਜਿਹੜਾ ਰਾਮਸਰ ਦਾ, ਉਹ ਕਿਲਾ ਜਿਹੜਾ ਉਹ ਕੱਚਾ ਬਣਾ ਲਿਆ, ਜਿਹਨੂੰ ਮੀਰ ਮੰਨੂ ਨੇ ਆ ਕੇ ਘੇਰਾ ਪਾ ਲਿਆ। ਉਧਰ ਮੀਰ ਮੰਨੂ ਨੇ ਘੇਰਾ ਪਾ ਲਿਆ। ਇਸੇ ਹੀ ਘੇਰੇ ਦੇ ਵਿੱਚ ਜੱਸਾ ਸਿੰਘ ਰਾਮਗੜੀਆ ਨੂੰ ਜਿਹੜਾ ਕੌਮ ਨੇ ਕੱਢਿਆ ਹੋਇਆ ਸੀ, ਅਖੀਰਲੇ ਇਸ ਘੇਰੇ ਦੇ ਵਿੱਚ ਹੀ ਜੱਸਾ ਸਿੰਘ ਰਾਮਗੜੀਆ ਬਾਹਰਲੇ ਬੰਨੇ ਸੀ ਤੇ ਉਹ ਅੰਦਰ ਜਾ ਕੇ ਫੌਜਾਂ ਦੇ ਨਾਲ ਰਲਿਆ ਸੀ। ਇਸੇ 3 ਮਹੀਨੇ ਦੇ ਇਹ ਘੇਰੇ ਦੀ ਕਹਾਣੀ। ਜਦੋਂ ਅਬਦਾਲੀ ਆ ਗਿਆ, ਮੀਰ ਮੰਨੂ ਉਧਰ ਨੂੰ ਤੁਰ ਗਿਆ। ਫਿਰ ਅਬਦਾਲੀ ਨੇ 48 ਦੀ ਦੀਵਾਲੀ ਦੀ ਮਨਾਈ, 49 ਦੀ ਦੀਵਾਲੀ ਫਿਰ ਸਿੱਖਾਂ ਨੇ 1749 ਦੀ ਬਣਾਈ। ਫਿਰ ਜਦ ਮੁਗਲ ਸੱਤਾ ਜਿਹੜੀ ਅਫਗਾਨ ਧਾੜਵੀਆਂ ਨਾਲ ਜਾਂ ਮੁਕਾਬਲਾ ਨਾ ਕਰੀ, ਅਬਦਾਲੀ ਦਾ ਜ਼ੋਰ ਚੜ ਗਿਆ, ਤਾਂ ਦੁਰਾਨੀਆਂ ਤੋਂ ਬਾਅਦ ਮੁਗਲਾਂ ਨੇ 7 ਸਾਲਾਂ 'ਚ ਫਿਰ ਅਬਦਾਲੀ ਨੇ 57 ਤੋਂ 64 ਤੱਕ 7 ਜਿਹੜੇ ਉਹਨੇ ਹਮਲੇ ਕੀਤੇ। 3 ਵਿੱਚ 57, 62 ਤੇ 64 ਵਾਲਾ ਸਭ ਤੋਂ ਖਤਰਨਾਕ ਸੀ। 57 ਦੇ ਵਿੱਚ ਜਦ ਦਿੱਲੀ ਤੇ ਬ੍ਰਿੰਦਾਵਨ ਲੁੱਟ ਕੇ ਆਇਆ, ਸਰਹੰਦ ਦੇ ਕੋਲ ਸਿੱਖਾਂ ਨੇ ਹੱਲਾ ਬੋਲਤਾ ਤੇ ਉਹ ਤੋਂ ਬਾਅਦ ਮਤਲਬ ਜਦ ਹੱਲਾ ਬੋਲਤਾ, ਸਿੱਧਾ ਦਰਬਾਰ ਸਾਹਿਬ ਆ ਕੇ ਜਿਹੜੀ ਦਰਬਾਰ ਸਾਹਿਬ ਨੇ ਬੰਦ ਕਰ ਦਿੱਤਾ। ਤੇ ਇਸੇ ਸਮੇਂ ਸ਼ਹੀਦੀ ਜਿਹੜੀ ਬਾਬਾ ਦੀਪ ਸਿੰਘ ਦੀ ਹੋਈ ਹੈ, ਜਦ 80 ਸਾਲ ਦੀ ਉਮਰ 'ਚ ਬਜ਼ੁਰਗ ਆਇਆ। ਹੁਣ ਸ਼ਹੀਦ ਸਿੱਖ ਹੋਰ ਵੀ ਨੇ, ਪਰ ਬਾਬਾ ਦੀਪ ਸਿੰਘ ਦੀ ਸ਼ਹੀਦੀ ਇੱਕ ਅਲੱਗ ਹੈ ਤੇ ਸਾਰੇ ਜਿੱਧਰ ਦੀ ਆਉਂਦੇ ਤੇ ਲੋਕ ਇਕੱਠੇ ਹੁੰਦੇ ਗਏ। ਰਾਹ ਦੇ ਵਿੱਚ ਮਾਲਵੇ ਦੇ ਵਿੱਚੋਂ ਬਹਿਮਣ, ਨਈਆਂ ਵਾਲਾ, ਫੂਲ ਮਹਾਰਾਜ, ਗੋਬਿੰਦਗੜ੍ਹ, ਗੋਬਿੰਦਪੁਰਾ, ਦਰਾਜ, ਪੁੱਛੋ ਪਿੰਡਾਂ ਦੇ ਵਿੱਚ ਲੋਕ ਇਕੱਠੇ ਸੋਟੇ ਗੰਡਾਸੀਆਂ ਲੈ ਕੇ ਅਖੀਰ ਆ ਕੇ ਜਹਾਨ ਖਾਨ ਦੇ ਨਾਲ ਫਿਰ ਜਦ ਸਿੱਧਾ ਦਾ ਪੇਚ ਸਿੱਧਾ ਖੜਕਦਾ ਬਾਬਾ ਦੀਪ ਸਿੰਘ ਦਾ 80 ਸਾਲ ਦੀ ਉਮਰ ਦੇ ਵਿੱਚ। ਤੇ ਹੁਣ ਇਸ ਤੇ ਬਹੁਤ ਗੱਲਾਂ ਚੱਲਦੀਆਂ ਨੇ ਕਿ ਬਿਨਾਂ ਸੀਸ ਤੋਂ ਧੜ ਜਿਹੜਾ ਕਿਵੇਂ ਲੜ ਸਕਦਾ ਹੈ। ਹੁਣ ਇਹ ਮਹਿਸੂਸ ਕਰਨ ਦੀ ਗੱਲ ਜਾਂ ਗੁਰੂ ਦੇ ਉੱਪਰ ਇੱਕ ਸਿੱਖ ਦੀ ਅਰਦਾਸ ਹੈ। ਇਸ ਦੇ ਅਲੱਗ ਗੋਲਵੜ ਤੋਂ ਲੈ ਕੇ ਮੀਲਾਂ ਤੱਕ 5000 ਸਿੱਖਾਂ 'ਚੋਂ ਕੋਈ ਜਿਉਂਦਾ ਨਹੀਂ ਰਿਹਾ ਤੇ ਇਹਦੇ ਤੇ ਜਹਾਨ ਖਾਨ ਇੰਨਾ ਜ਼ਿਆਦਾ ਗੁੱਸੇ 'ਚ ਆਇਆ, ਉਹਨੇ ਇਮਾਰਤਾਂ ਭੰਨਤੀਆਂ, ਪਵਿੱਤਰ ਸਰੋਵਰ ਜਿਹੜਾ ਕੂੜੇ ਤੇ ਕਰਕਟ ਦੇ ਨਾਲ ਭਰਤਾ। ਪਰ ਬਾਬਾ ਦੀਪ ਸਿੰਘ ਦੀ ਸ਼ਹਾਦਤ ਨੇ ਇੰਨਾ ਕੁ ਜ਼ਿਆਦਾ ਗੁਲਜ਼ਾਰ ਦਿੱਤੀ ਕੌਮ ਦੇ ਵਿੱਚ। ਸਿੰਘ ਸਾਰੇ ਜੱਸਾ ਸਿੰਘ ਆਹਲੂਵਾਲੀਏ ਦੀ ਕਮਾਨ ਦੇ ਥੱਲੇ ਸ਼ਿਵਾਲਕ ਦੀਆਂ ਪਹਾੜੀਆਂ 'ਚ ਇਕੱਠੇ ਹੋ ਗਏ ਤੇ ਐਡਾ ਹੱਲਾ ਕੈੜਾ ਬੋਲਿਆ, ਅਫਗਾਨਾਂ ਦੇ ਪੈਰ ਜਿਹੜੇ ਉਖੜ ਗਏ। ਇੰਨੇ ਗੁੱਸੇ 'ਚ ਆਏ ਤੇ ਉਹ ਭੱਜ ਗਏ ਤੇ ਲਾਹੌਰ ਦੇ ਵਿੱਚ ਰਾਤ ਨੂੰ ਹਜ਼ਾਰਾਂ ਦੀ ਸੰਖਿਆ 'ਚ ਇਕੱਠਾ ਹੋ ਕੇ ਲਾਹੌਰ ਨੂੰ ਪੈਂਦੇ ਰਹੇ। ਮਾਰਚ 58 'ਚ ਮਰਾਠਿਆਂ ਨਾਲ ਰਲ ਕੇ ਸਿੱਖਾਂ ਨੇ ਸਰਹੰਦ ਤੇ ਹੱਲਾ ਬੋਲਤਾ ਤੇ ਬੰਦਾ ਸਿੰਘ ਬਹਾਦਰ ਤੋਂ ਬਾਅਦ। ਉਸ ਤੋਂ ਬਾਅਦ ਜਰਨੈਲ ਜਹਾਨ ਖਾਨ ਤੋਂ ਵੀ ਚੜ੍ਹਾਈ ਕੀਤੀ, ਲਾਹੌਰ ਤੋਂ ਭੱਜ ਲਿਆ ਤੇ ਪਿੱਛੋਂ ਜਾ ਕੇ ਝਨਾਹ ਦੇ ਕੰਢੇ ਤੇ ਮੁਸ਼ਕਾਂ ਬੰਦ ਲੀਆਂ, ਅੰਮ੍ਰਿਤਸਰ ਨੂੰ ਲੈ ਆਏ ਅਫਗਾਨੀਆਂ ਨੇ। ਉਹਨਾਂ ਦੇ ਹੱਥੀਂ ਉਹਨਾਂ ਨੂੰ ਕਿਹਾ ਵੀ ਕਰੋ ਸਾਫ਼ ਆ ਜਿਹੜਾ ਬੰਦ ਕਰਕੇ ਗਏ। 4 ਸਾਲ ਦਰਬਾਰ ਸਾਹਿਬ ਵੱਲ ਕੋਈ ਨਾ ਆਇਆ। 62 ਦੇ ਵਿੱਚ ਜਿਹੜਾ ਦੁਬਾਰਾ ਅਬਦਾਲੀ ਮੁੜਿਆ, ਜਦ ਉਹਨੇ ਕੁੱਪਰ ਹੀੜੇ ਦਾ
ਜਿਹੜਾ ਵੱਡਾ ਘੱਲੂਘਾਰਾ ਜਿੱਥੇ ਅੱਧੀ ਕੌਮ ਜਿਹੜੀ 5 ਫਰਵਰੀ 1762 ਨੂੰ ਸ਼ਹੀਦ ਹੁੰਦੀ ਹੈ। 62 ਦੇ ਉਸ ਹਮਲੇ ਤੋਂ ਬਾਅਦ ਫਿਰ ਉੱਥੋਂ ਅਬਦਾਲੀ ਸਿੱਧਾ ਦਰਬਾਰ ਸਾਹਿਬ ਨੂੰ ਆਉਂਦਾ, ਜਿਹੜੇ ਮੈਂ ਤੁਹਾਨੂੰ ਦੱਸਿਆ ਵੀ 4 ਸਿੰਘ ਅੰਦਰ ਬੈਠੇ ਸੀ। ਫਿਰ ਉਹਨੇ ਬਰੂਦ ਦੇ ਕੁੱਪੇ ਨਾਲ ਦਰਬਾਰ ਸਾਹਿਬ ਨੂੰ ਉਡਾਇਆ, ਪਰ ਫਿਰ ਵੀ ਹਿੰਮਤ ਨਾ ਹਾਰੀ। ਤੇ ਮੈਲਕਮ ਇਹ ਲਿਖਦਾ ਵੀ ਸਿੱਖ ਕੌਮ ਜਿਹੜੀ ਆਪਣੇ ਸਮੁੱਚੇ ਮੁੱਢਲੇ ਇਤਿਹਾਸ ਦੇ ਦੌਰਾਨ ਹਰ ਵਾਰੀ ਉਸ ਨੂੰ ਕੁਚਲਣ ਦੇ ਯਤਨਾਂ ਚੋਂ ਦੱਬੀ ਹੋਈ ਲਾਟ ਦੇ ਵਾਂਗੂ ਮੁੜ ਤੋਂ ਪਹਿਲਾਂ ਨਾਲ ਵੱਧ ਉਚੇਰੀ ਸ਼ਾਨ ਨਾਲ ਉੱਭਰ ਆਉਂਦੀ। ਜ਼ੁਲਮਾਂ ਦੇ ਤਾਲ ਨਾਲ ਜਿੰਨੀ ਆਪਣੀ ਇਕਮੁੱਠਤਾ ਵਿੱਚ ਪਰਿਪੱਕ ਹੋ ਗਈ, ਓਨੀ ਉਸ ਵਿੱਚ ਤਾਕਤ ਦੀ ਜਿੱਤ ਭਾਵਨਾ ਤੇ ਅਡਿੱਗ ਹਿੰਮਤ ਪੈਦਾ ਹੋ। ਤੇ ਇਸ ਤੋਂ ਬਾਅਦ 62 ਦੀ ਜਿਹੜੀ ਦੀਵਾਲੀ ਸਿੱਖਾਂ ਨੇ ਦੁਆਰਾ ਦਰਬਾਰ ਸਾਹਿਬ ਪਹੁੰਚੇ। ਅਬਦਾਲੀ ਨੂੰ ਐਵੇਂ ਵੀ ਇੰਨੇ ਮਾਰ ਤੇ ਅੱਧੇ ਤੇ ਸਥਾਨ ਇਹਨਾਂ ਦਾ ਘੇਰ ਲਿਆ, ਅੱਧੀ ਕੌਮ ਖਤਮ ਹੋ ਗਈ, ਪਰ ਪਾਵਨ ਸਰੋਵਰ ਚੁੱਭੀ ਲਾਉਣ ਦੇ ਲਈ ਉਹਨਾਂ ਦਾ ਜਿਹੜਾ ਉਹ ਚਾਅ ਪੂਰਾ ਨਾ ਹੋਇਆ, ਕਿਉਂਕਿ ਸਾਰਾ ਸਰੋਵਰ ਪੂਰਿਆ ਪਿਆ ਸੀ। ਇਸ ਦੀਵਾਲੀ ਦੇ ਦਿਨਾਂ ਦੇ ਵਿੱਚ ਅਬਦਾਲੀ ਨੇ ਦੁਬਾਰਾ ਲਾਹੌਰ ਤੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਿੱਖਾਂ ਦੀ ਇੰਨੀ ਚੜ੍ਹਦੀ ਕਲਾ ਦੇ ਮੂਹਰੇ ਉਸ ਨੂੰ ਨਾ ਪਤਾ ਲੱਗਿਆ। ਅਖੀਰ ਉਸ ਦਿਨ ਸੂਰਜ ਗ੍ਰਹਿਣ ਸੀ ਪੂਰਾ, ਰਾਤ ਨੂੰ ਇੱਕ ਦਿਨ ਦੀ ਲੜਾਈ ਤੋਂ ਬਾਅਦ ਅਬਦਾਲੀ ਉੱਥੋਂ ਤੁਰ ਗਿਆ। ਕਹਿੰਦਾ ਵੀ ਇਹਦੇ ਦੇ ਬਾਰੇ ਕੁਛ ਨਹੀਂ ਹੋ ਸਕਦਾ। ਮਾਨਸਿਕ ਦਸ਼ਾ ਜਿਹੜੀ ਜਦ ਦੁਸ਼ਮਣ ਦੀ ਟੁੱਟ ਜੇ, ਸੁੰਦਰ ਜੀ ਦੀ ਮੈਂ ਇਹੀ ਗੱਲ ਤੁਹਾਨੂੰ ਦੱਸੀ ਸੀ ਕਿ ਐਡਾ ਜ਼ਿਆਦਾ ਉਹ ਕ੍ਰਿਸ਼ਨਾ ਸਵਾਮੀ ਸੁੰਦਰ ਜੀ ਐਡਾ ਦੁਖੀ ਹੋ ਗਿਆ ਸੀ। ਉਹਨੇ ਕਿਹਾ ਸੀ ਵੀ ਇਹ ਜੇ ਮੇਰੇ ਕੋਲ ਹੋਣ 5-4 ਹਜ਼ਾਰ ਇਹ ਮੈਂ ਦੁਸ਼ਮਣ ਨੂੰ ਦੱਸਦਾ। ਤੇ ਟ੍ਰਿਬਿਊਨ ਦੇ ਮਾਰਚ 6-2000 ਦੇ ਵਿੱਚ ਉਹਦੀ ਪਤਨੀ ਦਾ ਇਹ ਜਿਹੜਾ ਬਿਆਨ ਆ ਵੀ ਮਾਨਸਿਕ ਤੇ ਜਿਸਮਾਨੀ ਤੌਰ ਤੇ ਨਕਾਰਾ ਜਦ ਮੰਜੇ ਤੇ ਪਿਆ ਮੌਤ ਮੰਗਦਾ ਰਿਹਾ ਸੁੰਦਰ ਜੀ, ਉਹਦੀ ਘਰਵਾਲੀ ਦਾ ਇਹ ਬਿਆਨ ਹੈ। ਤੇ ਇਸ ਤਰ੍ਹਾਂ ਹੀ ਅਬਦਾਲੀ ਲਾਹੌਰ ਨੂੰ ਭੱਜ ਗਿਆ। ਤੇ ਜਦ 8 ਮਹੀਨੇ ਪਹਿਲਾਂ ਪੂਰੀ ਖਤਮ ਕਰਨ ਲਈ ਕੌਮ ਜਦ ਉਹਨੇ ਜ਼ੋਰ ਕੀਤਾ, ਤੇ ਉਸ ਤੋਂ ਬਾਅਦ ਅਗਲੇ ਸਾਲ 1763 ਦੀ ਵਿਸਾਖੀ ਦੇ ਵਿੱਚ ਦਰਬਾਰ ਸਾਹਿਬ ਬਹੁਤ ਵੱਡਾ ਜਿਹੜਾ ਇਕੱਠ ਸਿੰਘਾਂ ਦਾ ਫੇਰ ਹੋਇਆ। ਹੱਲਾ ਬੋਲਿਆ ਲਾਹੌਰ ਤੇ 58 ਵਾਂਗੂ ਦੁਆਰਾ ਫੇਰ ਬੰਨ ਕੇ ਲਾਇਆ। ਤੇ ਬੰਨ ਕੇ ਜਦ ਲਿਆਏ ਤਾਂ ਸਫਾਈ ਫੇਰ ਉਹਦੇ ਤੋਂ ਕਰਵਾਈ। ਦੁਆਰਾ 64 ਦੇ ਵਿੱਚ 7ਵੇਂ ਹਮਲੇ 'ਚ ਅਬਦਾਲੀ ਫੇਰ ਆਉਂਦਾ ਹੈ। ਫੇਰ ਉਹਨੇ ਦਰਬਾਰ ਸਾਹਿਬ 'ਚ ਹਮਲਾ ਬੋਲਿਆ। ਜਦ ਭਾਈ ਸਾਹਿਬ ਭਾਈ ਜਿਹੜੇ ਗੁਰਬਖਸ਼ ਸਿੰਘ ਗੋਣੀ ਨੇ 30 ਸੀ ਸਿਰਫ, ਤਾਂ ਉਹਨੇ ਅਕਾਲ ਬੁੰਗੇ 'ਚੋਂ ਅਗਵਾਈ ਦੇ ਵਿੱਚ ਜਦ 30 ਨਿਕਲੇ ਨਾ ਜਕਾਰੇ ਲਾਉਂਦੇ, ਤਾਂ ਬਲੋਚ ਬਰਤਾਂਤਕਾਰ ਆ ਜਿਹੜਾ ਇੱਕ ਕਾਜ਼ੀ ਨੂਰ ਮੁਹੰਮਦ, ਉਹਨੇ ਦੱਸਿਆ ਕਹਿੰਦਾ ਵੀ ਗਿਣਤੀ ਦੇ ਸਿੰਘਾਂ ਹੱਥੋਂ ਕਰਾਰੇ ਫਟ ਖਾ ਬੈਠਣ ਨਾਲ ਕ੍ਰੋਧ ਵਿੱਚ ਆਏ ਦਰਾਨੀ ਨੇ ਇੱਕ ਵਾਰ ਫੇਰ ਦਰਬਾਰ ਸਾਹਿਬ ਅੰਦਰ ਸਲਾਮਤ ਬਚੇ, ਬਾਕੀ ਦੇ ਬੁੰਗੇ ਢਹਿ ਢੇਰੀ ਕਰ ਦਿੱਤੇ। ਮਹੀਨਿਆਂ ਬਾਅਦ ਵਿਸਾਖੀ ਤੇ 65 ਨੂੰ ਫੇਰ ਇਕੱਠੇ ਹੋ ਗਏ ਤੇ ਉੱਥੇ ਸ਼ਹੀਦਗੰਜ ਜਿਹੜਾ ਬਣਾਇਆ ਤੇ ਬੁੰਗੇ ਸਾਰਨੇ ਸ਼ੁਰੂ ਕੀਤੇ। ਤੇ ਗੁਰਬਾਣੀ ਤੇ ਪਾਠ ਕਥਾ ਕੀਰਤਨ ਹਰਮੰਦਰ ਸਾਹਿਬ ਦੀ ਮੁੜ ਉਸਾਰੀ ਦਾ ਸਾਰਾ ਕਾਰਜ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਨੇ 20 ਸਾਲਾਂ 'ਚ 1784 ਤੱਕ ਫਿਰ ਪੂਰਾ ਕੀਤਾ। 65 ਤੋਂ ਲੈ ਕੇ 1849 ਤੱਕ ਇਸ ਵੱਲ ਕਿਸੇ ਨੂੰ ਝਾਕਣ ਨਾ ਦਿੱਤਾ, ਬਿਲਕੁਲ ਹੀ। ਯੂਰਪੀ ਵਿਦਵਾਨ ਤੇ ਮੁਸਲਮਾਨ ਵਿਦਵਾਨ ਜਿਹੜੇ ਅਲੱਗ-ਅਲੱਗ ਇਸ ਦੇ ਬਾਰੇ ਲਿਖਦੇ ਨੇ। ਇੱਕ ਯੂਰਪ ਦਾ ਵਿਦਵਾਨ ਲਿਖਦਾ ਵੀ ਹਰਿਮੰਦਰ ਸਾਹਿਬ ਇੱਕ ਸਾਲਮ ਸਮੂਹ ਹੈ ਜੋ ਪੰਥ ਦੇ ਦੁਆਰਾ ਪ੍ਰਣਾਏ ਬਰਾਬਰੀ ਦੇ ਏਕਤੇ ਦੇ ਸਿਧਾਂਤ ਦਾ ਮੁਜੱਸਮਾ ਹੈ। ਇਹ ਸਿੱਖਾਂ ਨੂੰ ਪ੍ਰੇਰਨਾ ਤੇ ਮਾਰਗ ਸੇਧ ਮੁਹੱਈਆ ਕਰਨ ਵਾਲੀ ਪ੍ਰਮੁੱਖ ਜਗ੍ਹਾ ਤੇ ਉਹਨਾਂ ਦੀ ਲਾਮਬੰਦੀ ਦਾ ਕੇਂਦਰ ਬਣਾ ਰਿਹਾ। ਸਦੀਆਂ ਤੱਕ ਇਹ ਸਿੱਖਾਂ ਦੀਆਂ ਧਾਰਮਿਕ ਤੇ ਰਾਜਸੀ ਸਰਗਰਮੀਆਂ ਦਾ ਕੇਂਦਰ ਬਣਿਆ ਰਿਹਾ। ਇਸ ਵਿੱਚ ਉਹਨਾਂ ਦੇ ਗੁਰੂਆਂ, ਮਹਾਂਪੁਰਸ਼ਾਂ, ਮਰੀਦਾਂ, ਸ਼ਹੀਦਾਂ ਦੀਆਂ ਪ੍ਰੀਤ ਯਾਦਾਂ, ਉਸਦੀ ਉਮੀਦ ਤੇ ਮਾਯੂਸੀਆਂ, ਉਸਦੀ ਸੂਰਮ ਗਤੀ ਦੇ ਕਿੱਸੇ ਤੇ ਗਥਾਵਾਂ, ਉਹਨਾਂ ਦੀਆਂ ਜੰਗਾਂ ਤੇ ਜਿੱਤਾਂ ਗੁੰਦੀਆਂ ਪਈਆਂ। ਉਹਨਾਂ ਨੂੰ ਆਪਣੇ ਮਹਾਨ ਵਿਰਸੇ, ਊਣੀਆਂ ਭਰੇ ਇਤਿਹਾਸ ਅਤੇ ਪਰੰਪਰਾ ਦੀ ਸਦੀਆਂ ਤੋਂ ਇਸ ਨਾਲ ਜੁੜੇ
जुड़ चुकियां अनेक पुरातन कथावां ते अलौकिक कारनामे दी याद ताज़ा करवाउंदी है। सिखां लई उन्हां दे सूरम गति भरे अतीत दा चिन्ह है जो तरथली भरपूर वातावरण चों दी गुजरदा होया भविख दे विच जा प्रगट हो। पश्चिम दा एक विद्वान होर लिखदा है कि सिखां ते मुगलां विचकार जंगां हुंदियां रहियां, बार बार सिखां नूं उसदे पवित्र मंदिर चों खदेड़ दित्ता जांदा है। उन्हां दे सिरां दे मुੱਲ रख के उन्हां नूं लुक छिप के जंगलां 'च रहण लई मजबूर कीता जांदा है। पर कोई भी गल उन्हां नूं दरबार साहब नूं सुतंत्र कराउण ते अंम੍ਰਿਤਸਰ परत आउण दे दृढ़ इरादे नूं डुला ना सकी। जिन्नी वार मुगलों ते अफगाना ने इसनूं ढाया, उन्नी वार सिखां ने मुल्क तकड़िया होकर उसारिया। उदों भी जदों इस उत्ते मुगलों का पूरा कब्जा हुंदा, सिख अंदर सरोवर आके चुप्पी लाउण दी तांघ इन्नी प्रबल हुंदी कि सामने दिखदी प्रतੱਖ मौत के बावजूद जंगल चों निकल के सरपट घोड़े दड़ाउंदे पानी विच चुप्पी ला के मुड़ अपने शुभनगाहां नूं परत जांदे। सुनहरी मंदिर की नकाशी ते लपाई विच अते इस दीआं इट्टां दे विच सूरमवती दे बहादुरी दे बहुत सारे किस्से गुंदे पए आ। समूह दीआं इमारतां विच जिवें बहुत सारियां इट्टां लंघियां, उत्थे सिखां दीआं बुनियादी ते गच बन्नण लई बाबा दीप सिंह वर्गे सारे सूरवीरां दीआं जानां लगियां। हर पत्थर ते संगमरमर दा हर टुकड़ा सूरवीरता, शहादत ते चमत्कारां दी गाथा बयान करदा है। ते ਇਹ ਜਿਹੜੇ ਇਹ ਖਾਸ ਜਿਹੜੀ ਮਤਲਬ ਦਰਬਾਰ ਸਾਹਿਬ ਦੀ ਇਸੇ ਤਰ੍ਹਾਂ ਹੀ 1914 ਚ ਪ੍ਰੋਫੈਸਰ ਪੂਰਨ ਸਿੰਘ ਗੁਰਪੁਰਬ ਦੇ ਦਿਹਾੜੇ ਤੇ ਜਦ ਭਾਈ ਵੀਰ ਸਿੰਘ ਉਹਨਾਂ ਨਾਲ ਜਾ ਕੇ ਦਰਬਾਰ ਸਾਹਿਬ ਜਾ ਕੇ ਦਰਸ਼ਨ ਕਰਦੇ ਆ ਤੇ ਉਹਨਾਂ ਨੇ ਆਪਣੀ ਕਿਤਾਬ ਜਿਹੜੀ ਸਾਰੀਆਂ ਜਿਹੜੀਆਂ ਪਰਤਾਂ ਇਤਿਹਾਸਕ ਦੀਆਂ ਉਹਨਾਂ ਨੇ ਜਿਹੜਾ ਲਿਖਿਆ ਕਿ ਅੱਜ ਮੈਨੂੰ ਪਤਾ ਲੱਗਿਆ, ਸੌਂ ਖਾ ਕੇ ਕਹਿੰਦੇ ਜਦਾਰਥ ਨਾਲ ਕਹਿਣਾ ਮੈਂ, ਹਰਿਮੰਦਰ ਮੇਰਾ ਹੈ, ਮੇਰੀ ਜ਼ਾਤੀ ਤੇ ਵਿਰਾਸਤ ਹੈ। ਇਹ ਸੱਚਖੰਡ ਦਾ ਟੁਕੜਾ ਕਲਗੀਆਂ ਵਾਲੇ ਨੇ ਆਪਣੇ ਜਾਗਦੇ ਬੱਚਿਆਂ ਲਈ ਘੱਲਿਆ। ਇਹ ਸਾਡਾ ਅਟਲ ਅਮਰ ਸੱਚ ਘਰ ਹੈ, ਸੱਚ ਵਤਨ ਹੈ, ਗੁਰੂ ਰਾਮਦਾਸ ਜੀ ਦੀ ਦੇਹ ਹੈ। ਇਹ ਹਰਿਮੰਦਰ ਸਾਡਾ ਜੀਵਨ ਪ੍ਰਾਣ, ਧਰਤ ਆਕਾਸ਼, ਹੱਡੀ ਮਾਸ ਰੁਦਰ ਹੈ। ਇਹ ਸਾਡਾ ਦਿਲ ਹੈ, ਇਹ ਸਾਡੇ ਲੋਕ ਪਰਲੋਕ ਦੀ ਫਤਿਹ ਹੈ, ਇਹ ਸਾਡੇ ਰੱਬ ਦਾ ਘਰ ਹੈ। ਸਾਰੀ ਕੁਦਰਤ ਦੇ ਮੁੱਲ ਵਿੱਚ ਅਸੀਂ ਇਸ ਦੀ ਇੱਕ ਸਿਲਾ ਨਹੀਂ ਦੇ ਸਕਦੇ, क्योंकि एक सिला एक इलाही जिंद धड़क रही है। ये सिला नहीं, संगमरमर नहीं, ये ईश्वरी दरबार के अड अड सिंघासन ने जिथे रसीए पहुंचे हुए फकीर पीर मीर शरीरां नूं ध्यान लीन कर बैठे हन, जो नैण जोत थीन जो है जो नैण जोत थी हीन मनुख। भावें तू कोई होवे इत्थे सिर दे बल चल, ये पीरां पैगंबरां दा अदब दा स्थान है। कुल दुनिया च बस एक ही है, इत्थे जागदा बंदा बन के आ, ये अनंत अदब नाल सिर झुका मत्था टेक, नहीं तां जा मर जाएगा। बाजां वाले मालक दा मंदिर है, ये उसदी लोह है, ये तुहाडी तवारीख अमर दुनिया है। साडी माली गरीबी अथवा आत्मिक बेहोशी करके जो गुरुद्वारा समाया वो हरी मंदिर आया। कदी कदी आनंदपुर साहिब की कोई इट गिरी, वो इत्थे आन लगी। जद कदी सतगुरां दे चरण रज की पवित्र धरती लोप हुई, वो हरी मंदिर च आन प्रगट। साडा सब कुछ गुम हो जाए तद इत्थों मिल जाएगा। हाँ जी, इत्थों तक के सतगुर 10 जामे जिहड़े बाबा जी ने पाक पाए ते उतारे ते साडी दृष्टि थी गायब होए, वो भी इत्थे मिलते हैं। सतगुर दी नित्य अवतारी देह दे दीदार इत्थे हुंदे ने। हजारां भीड़ां लंघ जांदियां ने, कई मेले हुंदे ने, दिन रात मेला हुंदा। पर हरमंदर इतना महान ते नाजुक चुंबक पत्थर है कि इस दे शरीर नाल केवल सिख हिरदे प्यार नाल चिमटे जांदे ने, बाकी रेत दे किणकियां वांग हवा दे धप्पे नाल परां चले जांदे। कलगी वाले बाबा जी दी अपने सिख इस करके सर्वलोह दी देह दे बना दिते, जो हरमंदर दी देह नाल शो के आप जी दे बच्चे सदा आत्मक मकनातीस बने रहन, सदा आत्मिक जीवन दी सूखम स्थूल रौ नाल भरे रहन। भाई साहब भाई पूर्ण सिंह उन्हां ने यह लिखिया। हुण दरबार साहब के बारे पूजा का स्थान के तौर पर जिहड़ी दृष्टिकोण सी, खास तौर पर हिंदू भाईचारे का, उन्होंने इस गल समझना बड़ा एक अलग सी। 1026 दे विच सोमनाथ का मंदिर जिहड़ा है
ਪਹਿਲੀ ਵਾਰ ਲੁੱਟਿਆ ਮਹਿਮੂਦ ਗਜ਼ਨਵੀ ਨੇ। ਪੁਜਾਰੀ ਪੱਤਰੇ ਬਾਚ ਗਏ ਤੇ ਉਹਦੇ ਨੇੜੇ ਦੇ ਸਮਾਰਕਾਂ ਦੀਆਂ ਕੰਧਾਂ ਤੇ ਜਿਹੜੇ ਸ਼ਿਲਾਲੇਖ ਉਕਰੇ ਸੀ ਉਹਨਾਂ ਤੇ ਕਿਤੇ ਹਮਲੇ ਦਾ ਜ਼ਿਕਰ ਨਹੀਂ। 9 ਸਦੀਆਂ ਤੋਂ ਬਾਅਦ 1951 ਦੇ ਵਿੱਚ ਜਾ ਕੇ ਬਣਾਉਣ ਦੀ ਗੱਲ ਹੋਈ, ਉਹ ਵੀ ਜਗ੍ਹਾ ਤੋਂ ਪਰਾਂ ਉਸ ਤਰ੍ਹਾਂ ਹੀ ਟੁੱਟਿਆ ਪਿਆ ਰਿਹਾ। ਸੋ ਉਹ ਇੱਕ ਮਰਜ਼ ਹੈ ਜਿਹਦੇ ਵਿੱਚ ਮਹਿਸੂਸ ਕਰਨਾ ਹੈ ਕਿ ਇਹ ਜਗ੍ਹਾ ਕਿਹੜੀ ਹੈ। ਉਹਨਾਂ ਦਿਨਾਂ ਦੇ ਵਿੱਚ ਜਦ ਦਰਬਾਰ ਸਾਹਿਬ ਤੇ ਹਮਲਾ ਹੋਇਆ, ਮੈਂ ਹੁਣੇ ਜੀ 5 ਮਿੰਟਾਂ ਬਾਅਦ ਲਾਈਨਾਂ ਖੋਲਦਾ, ਜਗਵੇਲ ਸਿੰਘ ਜੀ ਪਲੀਜ਼ ਫੇਰ ਕਰਿਓ ਫੋਨ, ਅਟਕਿਓ ਹਲੇ ਥੋੜਾ ਜਿਹਾ, ਫੇਰ ਪਲੀਜ਼ ਫੇਰ ਕਰਿਓ, ਤੁਹਾਨੂੰ ਵੇਟ ਕਰਨਾ ਪੈਣਾ, ਮੈਨੂੰ ਫਿਨਿਸ਼ ਕਰ ਲੈਣ ਦਿਓ। ਤੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਹਰਜੀ ਮਲਕ ਨੇ ਇੱਕ ਲੇਖ ਲਿਖਿਆ ਜਿਹਦੇ ਵਿੱਚ ਉਸਨੇ ਸਮਝਾਉਣ ਦੀ ਕੀਤੀ, ਕਹਿੰਦਾ ਵੀ ਬਹੁਤ ਸਾਰੇ ਗੈਰ ਸਿੱਖ ਲੋਕਾਂ ਨੂੰ ਇਹ ਕਦੇ ਸਮਝ ਨਹੀਂ ਪਿਆ ਕਿ ਗੋਲਡਨ ਟੈਂਪਲ ਦੇ ਸਿੱਖਾਂ ਲਈ ਅਰਥ ਕੀ। ਮੇਰੇ ਖਿਆਲ 'ਚ ਉਹਨਾਂ ਬਸ ਇਹ ਸਮਝ ਲਿਆ ਕਿ ਹੋਰ ਨਾ ਮੰਗੂ ਇਹ ਪੂਜਾ ਸਥਾਨ ਹੈ, ਉਸ ਅੰਦਰ ਗਈ। ਬਸ ਮੈਂ ਇਹ ਗੱਲ ਮਹਿਸੂਸ ਕਰ ਲਈ ਕਿ ਬਹੁਤ ਸਾਰੇ ਲੋਕਾਂ ਨੂੰ ਅਜਿਹਾ ਜਾਣਬੁੱਝ ਕੇ ਨਹੀਂ ਕੀਤਾ, ਉਹਨਾਂ ਨੂੰ ਇਸ ਗੱਲ ਦੀ ਸਮਝੇ ਨਹੀਂ ਕਿ ਹਰਿਮੰਦਰ ਸਾਹਿਬ ਹਰ ਇੱਕ ਸਿੱਖ ਵਾਸਤੇ ਕਿੰਨਾ ਨਿੱਜੀਗਤ ਹੈ। ਉਹ ਹਰ ਦੁਨੀਆ ਦਾ ਉਸ ਤਰ੍ਹਾਂ ਦੁਨੀਆ ਦੀ ਹਰ ਕੋਈ ਧਰਮ ਸਥਾਨ ਨਹੀਂ ਜਿੰਨਾ ਉਹ। ਇਸ ਕਰਕੇ ਸਿੱਖਾਂ ਲਈ ਨਿੱਜੀ ਸੱਟ, ਨਿੱਜੀ ਜ਼ਖਮ ਹੋ ਨਿਬੜਿਆ। ਅੱਜ ਵੀ ਬਹੁਤ ਗੈਰ ਸਿੱਖਾਂ ਤੇ ਇਹ ਗੱਲ ਪੱਲੇ ਨਹੀਂ ਪੈਂਦੀ, ਉਹ ਸਮਝਦੇ ਨੇ ਐਵੇਂ ਸਿੱਖ ਰੌਲਾ ਪਾ ਰਹੇ ਨੇ, ਇਹ 'ਚ ਕਿਹੜੀ ਗੱਲ ਹੈ, ਹਰ ਸਾਲ ਰੌਲਾ ਪਾਉਂਦੇ। ਸਿੰਗਾਪੁਰ ਦੇ ਸਾਬਕਾ ਚੀਫ ਜਸਟਿਸ ਸਰਦਾਰ ਚੂੜ ਸਿੰਘ ਨੇ ਸੰਤ ਜਰਨੈਲ ਸਿੰਘ ਬਾਰੇ ਇੱਕ ਕਿਤਾਬ ਲਿਖੀ ਸੀ, ਉਹਦੇ 'ਚ ਵੀ ਉਹ ਲਿਖਦੇ ਨੇ ਵੀ ਅਲੱਗ-ਅਲੱਗ ਸੱਭਿਆਚਾਰਾਂ ਦੇ ਪ੍ਰਤੱਖਣ ਅਲੱਗ-ਅਲੱਗ ਹੋਇਆ ਕਰਦੇ ਨੇ। ਸਿੱਖਾਂ ਦੇ ਦਰਬਾਰ ਸਾਹਿਬ ਨਾਲ ਮੋਹ ਪਿਆਰ, ਆਦਰ ਸਤਿਕਾਰ, ਸੰਪੂਰਨ ਵਫਾਦਾਰੀ, ਤਸ਼ੱਦਦ, ਭਰਪੂਰ ਪ੍ਰਤੀਬੱਧਤਾ ਗੈਰ ਸਿੱਖਾਂ ਦੇ ਗੇੜ 'ਚ ਨਹੀਂ ਆ ਸਕਦੀ। ਬਲਜੀਤ ਮਲਕ ਨੇ ਦੁਨੀਆ ਨੂੰ ਹਰਿਮੰਦਰ ਸਾਹਿਬ ਦੇ ਤੇ ਸਿੱਖਾਂ ਦੇ ਰਿਸ਼ਤੇ ਬਾਰੇ ਜਿਹੜਾ ਦੱਸਿਆ ਕਿ ਗੋਲਡਨ ਟੈਂਪਲ ਸਿੱਖਾਂ ਦੀ ਕਲਪਨਾ ਉੱਤੇ ਇੱਕ ਖਾਸ ਕਿਸਮ ਦਾ ਜਾਦੂ ਪ੍ਰਭਾਵ ਛੱਡਦਾ ਹੈ। ਸਿੱਖ ਜਦੋਂ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੇ ਨੇ, ਉਹ ਆਪਣੇ ਇੱਕ ਖੰਡ ਨੂੰ ਪਿੱਛੇ ਛੱਡ ਦਿੰਦੇ ਨੇ। ਕੋਈ ਸ਼ਰਧਾਲੂ ਹੋਵੇ ਜਾਂ ਨਾਸਤਕ ਜਾਂ ਸ਼ੰਕਾਵਾਦੀ, ਹਰ ਕੋਈ ਦਰਬਾਰ ਸਾਹਿਬ ਅੰਦਰ ਧਰਮ, ਇਤਿਹਾਸ ਤੇ ਸੱਭਿਆਚਾਰ ਦੇ ਜੋੜ ਮੇਲ ਦਾ ਦੀਵਾਨਾ ਹੁੰਦਾ। ਵਿਅਕਤੀ, ਭਾਈਚਾਰੇ ਤੇ ਦਰਬਾਰ ਸਾਹਿਬ ਵਿਚਕਾਰ ਇੱਕ ਅਜਿਹਾ ਇਕਰਾਰਨਾਮਾ ਹੈ ਜਿਹਨੂੰ ਸਮਝ ਸਕਣਾ ਕਿਸੇ ਗੈਰ ਲਈ ਸ਼ਾਇਦ ਔਖਾ ਹੈ ਥੋੜਾ ਜਿਹਾ। ਇਸ ਤਰ੍ਹਾਂ ਦਰਬਾਰ ਸਾਹਿਬ ਉੱਤੇ ਹਮਲਾ ਸਮੂਹ ਸਿੱਖਾਂ ਦੀ ਆਤਮਾ ਉੱਤੇ ਹਮਲਾ ਬਣ ਜਾਂਦਾ ਹੈ। ਇਸੇ ਤਰ੍ਹਾਂ ਹੀ ਇੱਕ ਪੱਤਰਕਾਰ ਸਿੱਖ ਬੀਬੀ ਨੇ ਵੀ ਦੱਸਿਆ ਕਿ ਗੋਲਡਨ ਟੈਂਪਲ ਬਾਰੇ ਕੁਝ ਅਜਿਹੀਆਂ ਰਵਾਇਤਾਂ ਦੇ ਦਸਤੂਰ ਨੇ ਜਿਨ੍ਹਾਂ ਦੀ ਦੂਸਰੇ ਭਾਈਚਾਰਿਆਂ ਨੂੰ ਸਮਝ ਨਹੀਂ ਪੈਂਦੀ। ਕਾਰਨ ਇਹ ਹੈ ਕਿ ਖੁਦ ਉਹਨਾਂ ਦੀਆਂ ਅਜਿਹੀਆਂ ਕੋਈ ਰਵਾਇਤਾਂ ਦੇ ਦਸਤੂਰ ਨਹੀਂ ਨੇ। ਉਦਾਹਰਨ ਦੇ ਤੌਰ ਤੇ ਇਤਿਹਾਸ ਅੰਦਰ ਹਿੰਦੂਆਂ ਨੇ ਮੁਸਲਮਾਨ ਹਮਲਾਵਰਾਂ ਕੋਲੋਂ ਆਪਣੇ ਮੰਦਰਾਂ ਦੀ ਕਦੇ ਰੱਖਿਆ ਨਹੀਂ ਕੀਤੀ ਤੇ ਹਾਰ ਤੇ ਅਪਮਾਨ ਦਾ ਬਦਲਾ ਲੈਣ ਲਈ ਉਹਨਾਂ ਕਦੇ ਵੀ ਇਹਨਾਂ ਦੀਆਂ ਪੁਰਾਣੀਆਂ ਅਸਲੀ ਥਾਵਾਂ ਤੇ ਮੁੜ ਉਸਾਰੀ ਨਹੀਂ ਕੀਤੀ। ਇੱਥੋਂ ਤੱਕ ਕਿ ਸੋਮਨਾਥ ਦੇ ਪ੍ਰਸਿੱਧ ਮੰਦਿਰ ਨੂੰ ਵੀ ਉਹਨਾਂ ਸਦੀਆਂ ਤੱਕ ਉਵੇਂ ਹੀ ਤਿਆਗ ਤੇ ਵਿਸਾਰ ਛੱਡਿਆ ਕਿ ਜਿਵੇਂ ਹਮਲਿਆਂ ਵਿੱਚ ਉਜੜੇ ਹੋਰਨਾਂ ਮੰਦਿਰਾਂ ਨੂੰ ਪੂਜਾ ਦੇ ਯੋਗ ਨਾ ਰਹੇ ਸਮਝ ਕੇ ਛੱਡ ਦਿੱਤਾ ਹੋਵੇ। ਸੋ ਇਹ ਆਪਣੀਆਂ ਧਰਮ ਦੀਆਂ ਰਵਾਇਤਾਂ ਨੇ ਜਿਹਦੇ ਵਿੱਚ ਇਹ ਸਮਝਣਾ ਬਹੁਤ ਔਖਾ। ਹੁਣ ਉਸੇ ਸਮੇਂ ਜਿਹੜਾ ਇੰਦਰਾ ਦਾ ਪੱਤਰਕਾਰ ਭਾਈਚਾਰਾ ਜਿਹੜਾ ਹਲੇ ਵੀ ਜਿਉਂਦਾ ਹੈ, ਇੱਥੇ ਵੀ ਹੈ, ਤੇ ਸਿੱਖ ਤਾਂ ਇੰਦਰਾ ਗਾਂਧੀ ਦੇ ਪੁਤਲੇ ਸਾੜਦੇ ਨੇ। ਸਟੇਟਸਮੈਨ ਦਿੱਲੀ ਦਾ ਸੰਪਾਦਕ 7 ਜੂਨ ਨੂੰ ਸੰਪਾਦਕੀ 'ਚ ਲਿਖਦਾ ਹੈ ਕਿ ਪੰਜਾਬ ਸਮੱਸਿਆ ਨਾਲ ਨਿਪਟਣ ਵੇਲੇ ਦਿਖਾਈ ਮਨ ਦੀ ਦ੍ਰਿੜਤਾ ਤੇ ਆਦੇਸ਼ ਦੀ ਨਿਸ਼ਚਤਾ ਬਦਲੇ ਵਧਾਈਆਂ ਦੇ ਰਿਹਾ। ਸਿੱਖ ਕੌਮ ਵਿਰੁੱਧ ਐਡਾ ਪੱਧਰ ਕਰਨ ਤੋਂ ਬਾਅਦ ਵੀ ਭਾਰਤ ਦਾ ਹਿੰਦੂ ਵਰਗ ਆਪਣੇ ਕੀਤੇ ਉੱਤੇ ਸ਼ਰਮਸ਼ਾਰ ਹੋਣ ਦੀ ਥਾਂ ਉਲਟਾ ਸਿੱਖਾਂ ਕੋਲੋਂ ਪਛਤਾਵੇ ਤੇ ਸੁਧਾਈ ਦੀ ਮੰਗ ਕਰ ਰਿਹਾ। ਮੁੰਬਈ ਤੋਂ ਟਾਈਮਜ਼ ਆਫ ਇੰਡੀਆ, ਜਿਹਦਾ ਗਰੀਲਾਲ ਜੈਨ ਸਭ ਤੋਂ ਸਿਰੇ ਦਾ ਜਿਹੜਾ ਪਟੜੀ ਫੇਰ ਸੀ, ਜਿਹਨੇ ਬਹੁਤ ਬਕਵਾਸ ਕੀਤਾ, ਉਹਨੇ ਸ਼ੇਖਰ ਗੁਪਤਾ ਜਿਹੜਾ ਅੱਜ ਕੱਲ੍ਹ ਬੜਾ ਵੀਡੀਓ ਤੇ ਪਾਉਂਦਾ, ਦੁਨੀਆ ਦਾ ਭੂ ਵਿਗਿਆਨੀ ਬਣਿਆ ਹੋਇਆ, ਇਹ ਤੇ ਠੁਕਰਾਲ, ਗੋਬਿੰਦ ਠੁਕਰਾਲ, ਇਹ ਬੜੇ ਅਲੱਗ-ਅਲੱਗ ਕਿਸਮ ਦੇ ਇਹਨਾਂ ਨੇ ਸਿਰ ਫਿਰੇ ਕਾਤਲ ਤੇ ਜੇ ਤੇ ਬਹੁ ਸਿੱਖਾਂ ਨੂੰ ਬੜਾ ਲਕਬ ਅਲੱਗ ਕਿਸਮ ਦਾ ਦਿੱਤਾ। ਉਹਨੇ ਸਿੱਖਾਂ ਨੂੰ ਕਿਹਾ ਵੀ ਵਧੇਰੇ ਕੌਮੀ ਹਿੱਤਾਂ ਨੂੰ ਪ੍ਰਮੁੱਖ ਰੱਖਣ ਲਈ ਪਰਖ ਦੀ ਇਸ ਘੜੀ ਤੇ ਪੂਰੇ ਉਤਰੋ। ਅੱਛਾ, ਇਹਦੇ ਤੇ ਸੁਬਰਾਮਨੀਅਮ ਸਵਾਮੀ ਜਿਹੜਾ ਜਨਤਾ ਪਾਰਟੀ ਦਾ ਆਗੂ ਮੈਂਬਰ ਪਾਰਲੀਮੈਂਟ, ਜਿਹੜਾ 24 ਤੋਂ 27 ਅਪ੍ਰੈਲ 84 ਦੇ ਵਿੱਚ 2 ਮਹੀਨੇ ਪਹਿਲਾਂ ਹੀ, 1.5 ਮਹੀਨਾ ਪਹਿਲਾਂ ਸੰਤਾਂ ਦੇ ਨਾਲ 3 ਦਿਨ ਰਹਿ ਕੇ ਆਇਆ, ਉਹਨੇ
ਇਲਸਟ੍ਰੇਟਡ ਵੀਕਲੀ ਇੰਡੀਆ 'ਚ ਲੇਖ ਛਪਾਏ, ਭਾਰਤ ਸਰਕਾਰ ਨੂੰ ਉਹਨੇ ਸਾਫ਼ ਚੇਤਾਵਨੀ ਦਿੱਤੀ। ਹੁਣ ਵੀ ਉਹਦੀਆਂ YouTube ਵੀਡੀਓ ਪਈਆਂ ਨੇ। ਜਿਹੜੇ ਸਾਡੇ ਸੰਤਾਂ ਨੂੰ ਉਸ ਗੱਲ ਲਈ ਮੰਨਦੇ ਆ ਨਾ ਬਈ ਉਹਨਾਂ ਕਰਕੇ ਹੋਇਆ, ਸੁਬਰਾਮਨੀਅਮ ਸਵਾਮੀ ਨੂੰ ਹੀ ਸੁਣ ਲੈਣ। ਸਿੱਖ ਨਹੀਂ, ਇੱਕ ਹਿੰਦੂ ਹੈ, ਪੜ੍ਹਿਆ ਲਿਖਿਆ, ਅਮਰੀਕਾ 'ਚ ਪੜ੍ਹ ਕੇ ਗਿਆ, ਉਹਦੀਆਂ ਹੀ ਸੁਣ ਲੈਣ। ਥੋੜਾ ਬਹੁਤਾ ਜੇ ਸਮਝ ਪੈ ਜੇ ਗੱਲ। ਉਹਨਾਂ ਨੇ ਕਿਹਾ ਵੀ ਜੇ ਹਮਲੇ ਦੌਰਾਨ ਜੇਕਰ ਭਾਰੀ ਗੋਲਾਬਾਰੀ ਨਾਲ ਦਰਬਾਰ ਸਾਹਿਬ ਜਾਂ ਅਕਾਲ ਤਖਤ ਦਾ ਨੁਕਸਾਨ ਹੋਊਗਾ, ਭਾਰਤ ਇੱਕ ਸੰਕਲਪ ਦੇ ਤੌਰ ਤੇ ਤਬਾਹ ਹੋ ਜਾਊਗਾ। ਸਿੱਖ ਹਿਰਦੇ ਦੇ ਮਨ ਤੇ ਲੱਗਿਆ ਘੌਰ ਸਦੀਵੀ ਹੋ ਨਿਬੜੂ ਤੇ ਉਸ ਤੋਂ ਬਾਅਦ ਛਿੰਨ ਵਾਲੇ ਖੂਨ ਖਰਾਬ ਦੇ ਸਿਲਸਿਲੇ ਦਾ ਕਿਤੇ ਜਾ ਕੇ ਵੀ ਨਵੇੜਾ ਨਹੀਂ ਹੋਣਾ। ਸੁਬਰਾਮਨੀਅਮ ਸਵਾਮੀ ਨੇ ਇਹ ਗੱਲ ਕੀਤੀ। ਸੋ ਇਹ ਦਰਬਾਰ ਸਾਹਿਬ ਦਾ ਜਿਹੜਾ ਬਹੁਤ ਇੱਕ ਅਨੋਖਾ ਜਿਹੜਾ ਤੇ ਸਿੱਖਾਂ ਦੇ ਨਾ ਪੜ੍ਹਨਾ, ਨਾ ਉਹਨਾਂ ਦੇ ਸ਼ਹੀਦੀ ਪਰੰਪਰਾ ਜਿਹੜੀ ਗੁਰੂਆਂ ਤੋਂ ਪੰਜਵੇਂ ਪਾਤਸ਼ਾਹ ਤੋਂ ਲੈ ਕੇ ਸਾਹਿਬਜ਼ਾਦਿਆਂ ਤੋਂ ਬਾਅਦ ਤੇ ਰੂਹਾਂ ਨੂੰ ਜਗਾਉਣ ਵਾਲੀ ਗੱਲ ਹੈ ਜਿਹੜੀ ਹਰ ਇੱਕ ਦੇ ਵਸ ਨਹੀਂ ਹੈ। ਹਰ ਇੱਕ ਸੰਤ ਜਰਨੈਲ ਸਿੰਘ ਨਹੀਂ ਬਣ ਸਕਦਾ। ਤੇ ਇਹ ਦੋ ਧਰਾਵਾਂ ਜਿਹੜੀਆਂ ਕੌਮ 'ਚ ਚੱਲਦੀਆਂ ਨੇ, ਇੱਕ ਜਿਹੜੀ ਹੈ ਜ਼ੁਲਮ ਤੇ ਬੇਇਨਸਾਫੀ ਦੇ ਵਿਰੁੱਧ ਹਥਿਆਰ ਨਹੀਂ ਉਠਾਉਣਾ, ਸ਼ਾਂਤ ਹੈ ਤੇ ਖੰਭੇ ਨਾਲ ਰਹਿਣਾ। ਤੇ ਪੰਜਵੇਂ ਪਾਤਸ਼ਾਹ ਇਹਦੇ 'ਚ ਨੇ, ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਮਤੀ ਜੀ ਦਾਸ ਜੀ, ਸਤੀ ਦਾਸ ਜੀ, ਭਾਈ ਦਿਆਲਾ ਜੀ, 18ਵੀਂ ਸਦੀ 'ਚ ਭਾਈ ਮਨੀ ਸਿੰਘ, ਤਾਰੂ ਸਿੰਘ, ਸ਼ਵੇਗ ਸਿੰਘ, ਸਾਹਿਬਾਗ ਸਿੰਘ ਤੇ ਇਸ ਲਾਈਨ 'ਚ ਆਉਂਦੇ ਨੇ। ਤੇ ਸ਼ਹੀਦੀ ਸਿੱਖ ਪਰੰਪਰਾ ਦੂਜੀ ਐਡੀ ਬਲਵਾਨ ਹੈ ਜਿਹੜੀ ਜ਼ੁਲਮ ਦੇ ਵਿਰੁੱਧ ਹਥਿਆਰ ਉਠਾਉਣ ਦੀ ਜਾਂਚ ਦਿੰਦੀ ਹੈ, ਜਿਹਦੇ 'ਚ ਬਾਬਾ ਦੀਪ ਸਿੰਘ, ਸੁੱਖਾ ਸਿੰਘ, ਮਹਿਤਾਬ ਸਿੰਘ ਹੋਣੀ, ਬਾਬਾ ਬੰਦਾ ਸਿੰਘ ਬਹਾਦਰ ਇਸ ਲਾਈਨ ਦੇ ਵਿੱਚ ਆਉਂਦੇ। ਸੋ ਦੋਨੇ ਪਾਸੇ ਹੀ ਦੋਨੇ ਧਰਾਵਾਂ ਬਰਾਬਰ ਵਹਿੰਦੀਆਂ ਨੇ ਤੇ ਜਿੱਥੇ ਸ਼ਾਂਤਮਈ ਸ਼ਹੀਦੀ ਹੈ ਉੱਥੇ ਹਥਿਆਰ ਚੱਕ ਕੇ ਵੀ ਵੱਡਾ ਇਤਿਹਾਸ ਜਿਹੜਾ ਕੌਮ ਨੇ ਸਿਰਜਿਆ। ਸਿੱਖ ਸ਼ਹੀਦਾਂ ਦੀ ਜਿਹੜੀ ਅਹਿੰਸਾ ਦਾ ਖੇੜਾ ਵੀ ਬੇਪਨਾਹ, ਉਹਦਾ ਖੇੜਾ ਜੰਗ ਦੇ ਵਿੱਚ ਚਮਕਦੀ ਸ਼ਮਸ਼ੀਰ ਦੇ ਨਾਲ ਵੀ ਹਮਸਫਰ ਹੈ। ਦੋਨੇ ਪਾਸੇ ਬਰਾਬਰ ਹੈ। 18ਵੀਂ ਸਦੀ 'ਚ ਜਦ ਜ਼ੁਲਮ ਹੋ ਰਿਹਾ ਤਾਂ ਜਿੱਥੇ ਉਹ ਜ਼ੁਲਮ ਸਹਿ ਰਹੇ ਨੇ, ਪਰ ਜਿੱਥੇ ਹੱਥ ਕਰਾਰੇ, ਜਿੱਥੇ ਉਹਨਾਂ ਨੂੰ ਕਰਨ ਦਾ ਸਮਾਂ ਮਿਲਦਾ ਉਹ ਹੱਥ ਕਰਾਰੇ ਵੀ ਕਰਦੇ ਨੇ। ਇਹ ਅਲੱਗ-ਅਲੱਗ ਦੋ ਚੀਜ਼ਾਂ। ਸੋ ਇਸ ਤੇ ਮੈਂ ਹੁਣ ਲੈ ਕੇ ਇੱਕ ਬ੍ਰੇਕ ਤੁਹਾਡੀਆਂ ਕਾਲ 'ਚ। ਇੱਕ ਮਹੀਨੇ ਦਾ ਆਪਾਂ ਮਈ ਦਾ ਸਾਰਾ 20ਵੀਂ ਸਦੀ ਦਾ ਸਿੱਖ ਇਤਿਹਾਸ, ਦਰਬਾਰ ਸਾਹਿਬ ਦਾ ਜਿਹੜੀ ਅਨੂਠੀ ਤੇ ਇਹ ਵਰਤਾਰਾ ਜਿਹੜਾ ਮਹੱਤਵ ਹੈ ਉਸ ਦੇ ਬਾਰੇ ਮੈਂ ਗੱਲਬਾਤ ਕੀਤੀ ਹੈ। ਹੁਣ ਤੁਸੀਂ ਸ਼ਾਮਲ ਹੋਣਾ ਅੱਧਾ ਘੰਟਾ ਵਪਾਰਕ ਸੰਦੇਸ਼ਾਂ ਤੋਂ ਬਾਅਦ। 1844 247 1550। ਸਰ ਠਾਕਰ ਸਿੰਘ ਜੀ, ਲਾਈਨ ਨੰਬਰ 2, ਤੁਸੀਂ ਏਅਰ ਤੇ। ਹੈਲੋ ਜੀ, ਹਰਜੀਤ ਸਿੰਘ ਗਿੱਲ ਜੀ, ਸਤਿ ਸ੍ਰੀ ਅਕਾਲ ਜੀ। ਬਹੁਤ ਬਹੁਤ ਤੁਹਾਨੂੰ ਸਤਿ ਸ੍ਰੀ ਅਕਾਲ ਜੀ। ਦੇਖੋ ਜੀ, ਸੰਤਾਂ ਨੂੰ ਬਹੁਤ ਨੇੜਿਓਂ ਦੇਖਿਆ ਅਸੀਂ, ਖਾੜੇ ਆਉਂਦੇ ਰਹੇ ਆ ਉਹ, ਤੇ ਖਾੜੇ ਅਸੀਂ ਜਾਂਦੇ ਰਹੇ ਆਮ। ਜਿਹੜੀ ਉਹਨਾਂ ਦੀ ਭਾਵਨਾ ਸੀ ਨਾ, ਕੌਮ ਦਾ ਦਰਦ ਤੇ ਤਿਆਗ, ਇਹ ਚੀਜ਼ ਉਹਨਾਂ 'ਚ ਕੁੱਟ-ਕੁੱਟ ਭਰੀ ਸੀਗੀ। ਕੌਮ ਦਾ ਦਰਦ ਸਮਝਣ ਦੀ ਤੇ ਤਿਆਗ ਦੀ ਭਾਵਨਾ, ਇਹੀ ਗੱਲ ਸੀਗੀ ਸੰਤ ਕਰਤਾਰ ਸਿੰਘ। ਇਦੋਂ ਪਹਿਲਾਂ ਸੀ ਜਿਹੜੇ ਸੰਤ ਕਰਤਾਰ ਸਿੰਘ, ਤੇ ਬਾਕੀ ਆਮ ਆਪਣੀ ਜਨਤਾ ਸਮਝ ਨਹੀਂ ਸਕੀ। ਤੇ ਉਹਨਾਂ ਜਿੰਨੇ ਸ਼ਹੀਦ ਹੋਏ ਆ ਸਾਰੇ ਉੱਥੇ, ਬੱਚੇ ਬੁੱਢੇ ਸਾਰੀ ਸੰਗਤ ਨੂੰ ਮੈਂ ਸ਼ਰਧਾ ਦੇ ਫੁੱਲ ਭੇਟ ਕਰਦਾ। ਤੇ ਜਿਵੇਂ ਤੁਸੀਂ ਦੱਸਿਆ ਵੀ ਇਹ ਸਦੀਆਂ ਬਾਅਦ ਆਉਂਦੇ ਆ, ਇਹ ਜਿਹੇ ਮਹਾਂਪੁਰਖ ਸਦੀਆਂ ਬਾਅਦ ਉਹ ਆਏ ਸੀਗੇ ਤੇ ਆਪਦੀ ਜਾਣੀ ਉਹ ਕਹਿਣੀ ਤੇ ਕਰਨੀ ਤੇ ਪੂਰੇ ਉਤਰੇ, ਵੀ ਅਰਦਾਸ ਤੋਂ ਪਿੱਛੇ ਨਹੀਂ ਹਟਣਾ। ਤੇ ਹੁਣ ਜਿਹੜੀ ਗੱਲ ਇੱਕ ਤੁਸੀਂ ਹੋਰ ਕੀਤੀ ਆ ਵੀ ਉਹ ਦੂਜਾ ਜਿਹੜਾ ਲਾਣਾ, ਉਹ ਕਹਿੰਦਾ ਜਿਹੜੇ ਕਰਨਗੇ ਸੋ ਭਰਨਗੇ। ਸਾਡੀ ਬਹਿਸ ਹੁੰਦੀ ਆ ਉਹਨਾਂ ਨਾਲ, ਅਸੀਂ ਕਿਹਾ ਵੀ 10ਵੇਂ ਪਾਤਸ਼ਾਹ ਨੂੰ ਕੀ ਲੋੜ ਸੀ ਉੱਥੇ ਲੜਾਈ ਕਰਨ ਦੀ, ਜਿਹੜੇ ਕਰਦੇ ਭਰਦੇ। ਤੇ ਬਾਕੀ ਹਰਜੀਤ ਸਿੰਘ ਗਿੱਲ ਜੀ, ਤੁਹਾਡਾ ਮੈਂ ਧੰਨਵਾਦ ਕਰਦਾ ਵੀ ਜਿਹੜਾ ਤੁਸੀਂ ਮਈ ਦਾ ਮਹੀਨਾ ਲਾਇਆ ਨਾ, ਤੇ ਉਧਰ YouTube ਤੇ ਪਤਾ ਇਹ ਬਹੁਤ ਤੁਸੀਂ ਵਧੀਆ ਕੀਤਾ ਨੌਜਵਾਨ ਪੀੜ੍ਹੀ ਵਾਸਤੇ। ਤੇ ਮਹਾਰਾਜ ਚੜ੍ਹਦੀ ਕਲਾ ਰੱਖੇ ਤੁਹਾਨੂੰ ਵੀ, ਤੁਹਾਡਾ ਵੀ ਯੋਗਦਾਨ ਬਹੁਤ ਆ ਜੀ ਇਹਦੇ 'ਚ ਘੱਲੂਘਾਰੇ 'ਚ। ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ। ਧੰਨਵਾਦ ਜੀ, ਕੋਸ਼ਿਸ਼ ਕੀਤੀ। ਸਰ ਜੀ ਮਹਿੰਦਰ ਸਿੰਘ ਜੀ, ਲਾਈਨ ਅਪ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਭਾਈ ਹਰਜੀਤ ਸਿੰਘ ਜੀ, ਤੁਸੀਂ ਵਧਾਈ ਦੇ ਪਾਤਰ ਹੋ
ਧੰਨਤਾ ਦੇ ਪਾਤਰ ਹੋ ਜਿਨ੍ਹਾਂ ਨੇ ਇਲਾਹੀ ਨੂਰ ਦਾ ਇੱਕ ਸੰਚਾਰ ਕੀਤਾ। ਸਾਰੀ ਦੁਨੀਆ ਦੇ ਵਿੱਚ ਸੰਚਾਰ ਹੋ ਰਿਹਾ ਇਲਾਹੀ ਨੂਰ ਦਾ, ਸਾਡੇ ਉਸ ਰੂਹ ਦੀ ਕੇਂਦਰ ਦਾ ਸੰਚਾਰ ਹੋ ਰਿਹਾ ਹੈ ਜਿਸ ਤੋਂ ਹਰ ਕਿਸੇ ਨੂੰ ਚਾਨਣ ਮਿਲਦਾ। ਜਿਹੜਾ ਸੰਕਲਪ ਹੈ ਨੇਸ਼ਨ ਸਟੇਟ ਦਾ ਤੇ ਸੈਕੂਲਰਿਜ਼ਮ ਦਾ, ਇਹ ਘੜਿਆ ਹੀ ਇਸ ਕਰਕੇ ਗਿਆ ਹੈ ਕਿ ਸੇਕ੍ਰੇਟ ਸੱਚ ਨੂੰ, ਜਿਹੜੇ ਨੂੰ ਅਸਲ ਨੂੰ, ਸੱਚ ਨੂੰ, ਰੂਹਾਨੀਅਤ ਨੂੰ ਆਮ ਮਨੁੱਖੀ ਮਨ ਤੋਂ ਦੂਰ ਕੀਤਾ ਜਾ ਸਕੇ, ਮਨੁੱਖੀ ਮਨ ਨੂੰ ਉਹਦਾ ਮਹਿਰੂਮ ਕੀਤਾ ਜਾ ਸਕੇ। ਬਹੁਤ ਵਧੀਆ ਢੰਗ ਨਾਲ ਤੁਸੀਂ ਇਹਨੂੰ ਸੰਚਾਰ ਕੀਤਾ ਹੈ ਤੇ ਇਸੇ ਤਰ੍ਹਾਂ ਕਰਦੇ ਰਹੋ। ਦੂਸਰੀ ਗੱਲ, ਜਿਹੜਾ ਦਰਬਾਰ ਸਾਹਿਬ ਦੀ ਤੁਸੀਂ ਵਿਲੱਖਣਤਾ ਦੀ ਗੱਲ ਕੀਤੀ ਹੈ, ਗੁਰਬਾਣੀ ਤੋਂ ਦੋ ਗੱਲਾਂ ਸਮਝਣ ਦੀ ਲੋੜ ਹੈ। ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦੇਸੇ ਬਾਹਰਾ ਜੀ, ਤੇ ਦੂਸਰੀ ਗੱਲ ਉਪਦੇਸ਼ 4 ਵਰਨਾ ਕੋ ਸਾਂਝਾ ਨੀ। ਇੱਕ ਮੁਸਲਮਾਨ ਫਕੀਰ ਤੋਂ ਰਖਾਏਗੀ, ਚਾਰੇ ਦਰਵਾਜ਼ੇ ਆ, 24 ਘੰਟੇ ਖੁੱਲੇ ਆ, ਉਪਦੇਸ਼ ਵੀ ਸਾਂਝਾ ਹੈ, ਸਰਬੱਤ ਦਾ ਭਲਾ ਹੈ। ਬਾਕੀ ਦੇ ਧਰਮਾਂ ਦੇ ਵਿੱਚ ਠੀਕ ਆ, ਉਹ ਆਪਣੀ ਆਪਣੀ ਥਾਂ ਤੇ ਬਹੁਤ ਵਧੀਆ, ਉਹਨਾਂ ਨੂੰ ਮੁਬਾਰਕ, ਪਰ ਉਹ ਕਿਸੇ ਇੱਕ ਨਾਲ ਜੁੜੇ ਹੋਏ ਆ। ਇਹ ਸਰਬੱਤ ਨਾਲ ਜੁੜਿਆ ਹੋਇਆ ਸਾਡਾ ਜਿਹੜਾ ਮਰਕਜ਼ ਹੈ, ਇਸ ਨੂੰ ਅਸੀਂ ਸਾਡੇ ਅੰਦਰ, ਜੇ ਤਾਂ ਜਿਹੜਾ ਕੋਈ ਸਿੱਖ ਹੈ ਜਿਹਨੇ ਤਾਂ ਗੁਰਬਾਣੀ ਨੂੰ ਸਮਝ ਲਿਆ, ਮੁੰਦਾਵਣੀ ਮਹੱਲਾ 5ਵਾਂ ਥਾਲ ਵਿੱਚ 3 ਵਸਤੂ ਪਈ ਉਹ ਸਤ ਸੰਤੋ ਕੋ ਵਿਚਾਰੋ, ਉਹਦੇ ਚ ਇਹ ਗੱਲ ਸਮਝ, ਜੇ ਕੋ ਖਾਵੇ ਜੇ ਕੋ ਪਹੁੰਚੇ ਤਿਸਕਾ ਹੋਇਆ ਧਾਰੋ, ਉਹ ਤਾਂ ਇਹਨੂੰ ਸਮਝ ਸਕੂਗਾ। ਤੇ ਜਿਹੜੇ ਆ ਸੈਕੂਲਰਿਜ਼ਮ ਤੇ ਨੇਸ਼ਨ ਸਟੇਟ ਦੇ ਸੰਕਲਪ ਵਿੱਚ ਟੁਕੜ ਬੋਚ ਹੈ, ਉਹ ਨਹੀਂ ਸਮਝ ਉਹ ਸਮਝਣ ਨਹੀਂ ਦੇਣਗੇ ਲੋਕਾਂ ਨੂੰ, ਤੇ ਭੋਲੇ ਭਾਲੇ ਲੋਕ ਕਦੇ ਸਮਝ ਨਹੀਂ ਸਕਣਗੇ। ਅਰਦਾਸ ਕਰੀਏ ਪਰਮਾਤਮਾ ਅੱਗੇ ਕਿ ਜਿਵੇਂ ਸਾਡੇ ਸਿੰਘ 18ਵੀਂ ਸਦੀ 17ਵੀਂ ਸਦੀ ਦੇ ਵਿੱਚ ਤਲੀ ਤੇ ਰੱਖ ਕੇ ਇਸ਼ਨਾਨ ਕਰ ਜਾਂਦੇ ਸੀ, ਅੱਜ ਸਾਡੀ ਭਾਵਨਾ ਉਹ ਜਾਗੇ, ਸਾਰੀ ਦੁਨੀਆ ਦੇ ਵਿੱਚ ਇਹਦਾ ਚਾਨਣ ਹੋਵੇ। ਤੇ ਤੁਸੀਂ ਇਹ ਜਿਹੜਾ ਸੰਚਾਰ ਕਰਦੇ ਰਹੋ, ਇਸ ਵਾਸਤੇ ਤੁਸੀਂ ਵਧਾਈ ਦੇ ਪਾਤਰ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਹ ਜਗਮੇਲ ਸਿੰਘ ਲਾਈਨ ਨੰਬਰ 4। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਰਜ਼ ਇਹ ਹੈ ਬਈ ਸਿੱਖ ਇਤਿਹਾਸ ਸੁਨਹਿਰੀ ਅੱਖਰਾਂ ਨਾਲ ਲਿਖਿਆ ਹੋਇਆ ਔਰ ਹਮੇਸ਼ਾ ਇਹ ਟਲ ਰਹੇਗਾ, ਲੋਕ ਇਹਨੂੰ ਪੜ੍ਹਦੇ ਰਹਿਣਗੇ। ਇੱਥੇ ਤੱਕ ਕਿ ਅੰਗਰੇਜ਼ ਵੀ ਜਦੋਂ ਇੱਥੇ ਹਕੂਮਤ ਕਰਦਾ ਸੀ, ਉਹਨੂੰ ਪਤਾ ਸੀ ਕਿ ਸਾਬਤ ਸੂਰਤ ਸਿੱਖ ਜਿਹੜਾ ਉਹ ਕੀ ਕੁਝ ਕਰ ਸਕਦਾ, ਕਿਉਂਕਿ ਉਹਨੇ ਹਿਸਟਰੀ ਪੜ੍ਹੀ ਹੋਈ ਸੀ। ਹੁਣ ਸਵਾਲ ਇਸ ਚੀਜ਼ ਦਾ ਕਿ 6ਵੇਂ ਪਾਤਸ਼ਾਹ ਨੇ ਜੰਗਾਂ ਲੜੀਆਂ, ਜਿੱਤੀਆਂ, ਔਰ ਉਦੋਂ ਬਾਅਦ 10ਵੇਂ ਪਾਤਸ਼ਾਹ ਨੇ 13 ਜੰਗਾਂ ਲੜੀਆਂ, ਜਿੱਤੀਆਂ, ਤੇ ਖਦਰਾਣੇ ਦੀ ਢਾਬ ਜਿਹੜੀ ਹੈ ਉਹ ਆਜ਼ਾਦੀ ਦੀ ਪਹਿਲੀ ਜੰਗ ਸੀ, ਤੇ ਮੁਗਲ ਫੌਜਾਂ ਦਾ ਅੰਤ ਕੋਈ ਨਹੀਂ, ਬੇਸਾਬਾ ਹੀ ਸੀ ਉਹਨਾਂ ਦਾ ਲਓ ਲਸ਼ਕਰ ਲੱਖਾਂ 'ਚ, ਤੇ ਇਧਰ ਸਿੰਘ ਸੀ ਗਿਣਤੀ ਦੇ ਜਿਨ੍ਹਾਂ ਨੇ ਉਹਨਾਂ ਨੂੰ ਇਹ ਦੇਸ਼ ਛੱਡਣ ਵਾਸਤੇ ਮਜਬੂਰ ਕਰ ਦਿੱਤਾ। ਦੂਜੀ ਕਹਾਣੀ ਸਾਰੀ ਤੁਸੀਂ ਸੁਣਾਤੀਆਂ, ਪਰ ਗੱਲ ਹਥਿਆਰਬੰਦ ਤੇ ਹਥਿਆਰਬੰਦ ਦਾ। ਚੌਕ ਮਹਿਤੇ ਵੀ ਗਏ, ਉੱਥੇ ਵੀ ਦੇਖਿਆ ਸਭ ਕੁਝ ਅੱਖੀਂ, ਜੋ ਕੁਝ ਉੱਥੇ ਗੋਆ ਬਰੂਦ ਚੱਲਿਆ ਉਹ ਵੀ ਦੇਖਿਆ, ਤੇ ਉਸ ਤੋਂ ਬਿਨਾਂ ਪਿੰਡੇ ਤੇ ਵੀ ਹੰਡਾਇਆ, 2 ਸਾਲ ਨਜ਼ਰਬੰਦੀ ਵੀ ਕੱਟੀ। ਸਵਾਲ ਇਹ ਹੈ ਕਿ ਹੋ ਚੀ ਮਿਨ ਜਿਹੜਾ ਵੀਅਤਨਾਮ ਦੇ ਵਿੱਚ ਅਮਰੀਕਾ ਦੇ ਨਾਲ 11 ਸਾਲ ਜੰਗ ਲੜ ਕੇ ਉਹ ਹਥਿਆਰਬੰਦ ਲੜਾਈ ਸੀ, ਔਰ ਇਸੇ ਤਰ੍ਹਾਂ IRA ਉਹ ਹਥਿਆਰਬੰਦ ਲੜਾਈ ਸੀ। ਅੱਜ ਆਇਰਿਸ਼ ਜਿਹੜੀ ਹੈ, ਆਇਰਲੈਂਡ ਵਾਲੇ ਆਪਦੀ ਪਾਰਲੀਮੈਂਟ ਬਣਾ ਕੇ ਬੈਠੇ ਨੇ, ਤੇ ਹੋ ਚੀ ਮਿਨ ਜਿਹੜਾ ਉਹ ਆਜ਼ਾਦ ਵੀਅਤਨਾਮ ਬੈਠਾ ਹੈ। ਤੇ ਉਦੋਂ ਪਹਿਲੀ ਲੜਾਈ ਸੀ ਸਾਡੀ ਤੀਰ ਕਮਾਨ ਦੀ, ਉਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਜੋ ਕੁਝ ਕਰ ਦਿਖਾਇਆ, ਮਹਾਰਾਜਾ ਰਣਜੀਤ ਸਿੰਘ ਨੇ ਜਿਸ ਤਰ੍ਹਾਂ ਦਾ ਰਾਜ ਕੀਤਾ, ਉਹ ਕੁੱਲ ਦੁਨੀਆ ਜਾਣਦੀ ਹੈ, ਔਰ BBC ਤੋਂ ਬ੍ਰਾਡਕਾਸਟ ਹੋਇਆ ਕਿ ਸਭ ਤੋਂ ਵਧੀਆ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਸੀ। ਹੁਣ ਸਵਾਲ ਇਹ ਹੈ ਕਿ ਸੰਤਾਂ ਨੇ ਆਖਰੀ ਦਮ ਤੱਕ ਜਿਹੜੇ ਸਾਥੀ ਸਨ ਉਹ ਦਰਬਾਰ ਸਾਹਿਬ ਦੀ ਰਾਖੀ ਕਰਦੇ ਆ ਆਪਣੇ ਪ੍ਰਾਣ ਜਿਹੜੇ ਨਿਸ਼ਾਵਰ ਕੀਤੇ। ਪਰ ਮੈਂ ਪੁੱਛਣਾ ਚਾਹੁੰਦਾ ਕਿ ਕੁਲਦੀਪ ਸਿੰਘ ਬਰਾੜ ਵੀ ਤੇ ਉਧਰ ਸੰਤ ਵੀ ਬਰਾੜ ਸਨ, ਤੇ ਆ ਜਿਹੜਾ ਬੇਨਤਾ ਬੁੜਾ ਇਹਨੇ ਦੇਖ ਲਓ ਸਿੱਖਾਂ ਦਾ ਕਿਵੇਂ ਆਹੂ ਲਾਏ। ਅਜੀਤ ਸਿੰਘ ਸੰਧੂ ਜਿਹੜਾ ਉਹਨੇ ਕੀ ਕੀਤਾ, ਔਰ ਜਿਹੜਾ KP ਗਿੱਲ ਬਦਮਾਸ਼ ਸੀ ਇਹਨੇ ਕੀ ਕੀਤਾ, ਇਹ ਕਿਵੇਂ ਭੁੱਲ ਜਾਵਾਂਗੇ ਅਸੀਂ। ਇਹ ਸਭ ਕੁਝ ਪਿੰਡੇ ਤੇ ਹਟਾਇਆ, 2 ਸਾਲ ਨਜ਼ਰਬੰਦੀ ਕੱਟੀ। ਕਿਤੇ ਐਂ ਕਰਿਓ
ਕਿਤੇ ਇਕੱਲੇ ਕਾਲ ਕਰਿਓ, ਫਿਰ ਮੈਂ ਤੁਹਾਨੂੰ ਸੁਣਾऊं। ਤੇ ਇਹਦੇ 'ਚ ਹਿੱਸਾ ਉਹੀ ਲੈਣ, ਮੈਂ ਸਮਝਦਾ ਸਰਦਾਰ ਮਹਿੰਦਰ ਸਿੰਘ ਉਹਨਾਂ ਨੇ ਬਹੁਤ ਵਧੀਆ ਗੱਲ ਕਹੀ, ਹਿੱਸਾ ਲੈਣ ਜਿਨ੍ਹਾਂ ਨੇ ਪਿੰਡੇ ਤੇ ਹੰਡਾਇਆ, ਫਿਰ ਤਾਂ ਬੜਾ ਹੀ ਵਧੀਆ। ਜਾਂ ਹਿਸਟੋਰੀਅਨ ਜਾਂ ਵਿਦਵਾਨ ਇਹ 'ਚ ਹਿੱਸਾ ਲੈਣ ਅੱਜ ਕਾਲ 'ਚ। ਬਹੁਤ ਤੁਹਾਡਾ ਧੰਨਵਾਦ। ਧੰਨਵਾਦ ਜੀ ਬਹੁਤ। ਮਕੰਦ ਸਿੰਘ ਲਾਈਨ ਨੰਬਰ 5। ਸਰ ਹਰਜੀਤ ਸਿੰਘ ਜੀ, ਬਹੁਤ ਹੀ ਤੁਹਾਡਾ ਧੰਨਵਾਦ। ਤੁਸੀਂ ਪਿਛਲੇ ਦਿਨਾਂ ਤੋਂ ਜਦੋਂ ਦੀ ਹਿੰਦੁਸਤਾਨ ਦੀ ਵੰਡ ਹੋਈ ਹੈ ਤੇ ਸਿੱਖਾਂ ਦੀਆਂ ਜਿਹੜੀਆਂ ਦਿਲ ਦੀਆਂ ਧੜਕਣਾਂ ਸੀ, ਉਹਨਾਂ ਦੇ ਜੋ ਵਿਚਾਰ ਸੀ, ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤੇ ਆ। ਔਰ ਸਾਰਾ ਇਹ ਜਿਹੜੇ ਦਰਬਾਰ ਸਾਹਿਬ ਦੇ ਹਮਲੇ 47 ਤੋਂ ਲੈ ਕੇ ਦਰਬਾਰ ਸਾਹਿਬ ਦੇ ਹਮਲੇ ਤੱਕ ਤੁਸੀਂ ਬਹੁਤ ਮਿਹਨਤ ਨਾਲ ਕੀਤਾ। ਮੇਰੇ ਕੋਲ ਕੋਈ ਲਫ਼ਜ਼ ਨਹੀਂ ਕਿ ਜਿਹਦੇ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ। ਬਾਕੀ ਸਿੱਖ ਕੌਮ ਦੇ ਵਿੱਚ ਅੱਜ ਵੀ ਤੇ ਅੱਗੇ ਵੀ ਕਿਸੇ ਨੂੰ ਤਾਂ ਇਸ ਚੀਜ਼ ਦੀ ਹੈ ਕਿ ਕੋਈ ਲਾਲਾ ਜਗਤ ਨਾਰਾਇਣ ਦੇ ਜਨਮ ਦਿਨ ਨੂੰ ਮਨਾਉਣ ਨੂੰ ਤਿਆਰ ਹੈ, ਪਤਾ ਨਹੀਂ ਉਹਨਾਂ ਨੂੰ ਕਿਉਂ ਚੰਗਾ ਲੱਗਦਾ ਹੈ। ਕਿਸੇ ਨੂੰ ਸੈਂਟਰ ਵਿੱਚ ਕਹਿੰਦਾ ਗਾਓ ਜਿਹਦੇ ਮਰਜ਼ੀ ਗਾਉਣ, ਸਾਨੂੰ ਗਾਉਣ ਗਾਉਣ ਦਾ ਕੋਈ ਇਤਰਾਜ਼ ਨਹੀਂ, ਪਰ ਕਮ ਸੇ ਕਮ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੰਤ ਜਰਨੈਲ ਸਿੰਘ ਉਸ ਔਰ ਉਹ ਬੰਦੇ ਕਹਿੰਦੇ ਜਿਨ੍ਹਾਂ ਦੇ ਮੂੰਹ ਦੇ ਉੱਤੇ ਦਾੜੀਆਂ ਤੇ ਸਿਰ ਤੇ ਪੱਗਾਂ, ਉਹ ਜਿਹੜੀਆਂ ਗੱਲਾਂ ਕੁਛ ਵੈਰੀਆਂ ਵੱਲੋਂ ਪ੍ਰੇਰਿਤ ਸੰਤ ਜਰਨੈਲ ਸਿੰਘ ਚੰਗੀਆਂ ਗੱਲਾਂ ਨੂੰ ਕਿਸੇ ਨਹੀਂ ਕਰਦੇ। ਅਸੀਂ ਕਹਿੰਦੇ ਹਾਂ ਕਿ ਜੋ ਵੀ ਕੁਛ ਕੀਤਾ ਹੈ ਅਸੀਂ ਉਹਨੂੰ ਭੁੱਲ ਨਹੀਂ ਸਕਦੇ, ਨਾ ਭੁੱਲਿਆ ਜਾਣਾ ਹੈ। ਤੇ ਜਿਹੜੀ ਗੱਲ ਇੱਕ ਗੱਲ ਮੈਂ ਕਹਿੰਦਾ ਕਿ ਕਈ ਵਾਰ ਲੋਕ ਸਵਾਲ ਪੁੱਛਦੇ ਆ ਕਿ ਪੰਜਾਬ ਦੇ ਵਿੱਚ ਕਾਂਗਰਸ ਨੂੰ ਫਿਰ ਕਿਉਂ ਵੋਟਾਂ ਪੈ ਗਈਆਂ। ਉਹਦਾ ਕਾਰਨ ਮੈਂ ਸਿਰਫ ਇੱਕੋ ਗੱਲ ਕਹਿਣਾ ਹੈ ਕਿ ਜਿਸ ਮੌਕੇ ਇੰਦਰਾ ਗਾਂਧੀ ਨੂੰ ਵਧਾਈਆਂ ਦਿੰਦੇ ਸੀ ਵਾਜਪਾਈ ਵਰਗੇ ਤੇ ਅਡਵਾਨੀ ਵਰਗੇ, ਉਹ ਕਹਿੰਦੇ ਅਸੀਂ ਕਰਾਇਆ, ਤੇ ਜਦੋਂ ਅਕਾਲੀ ਦਲ ਨੇ ਉਹਨਾਂ ਨਾਲ ਬੀਜੇਪੀ ਨੇ ਸਾਂਝ ਪਾ ਲਈ, ਲੋਕਾਂ ਨੇ ਇਸ ਕਰਕੇ ਅਕਾਲੀ ਦਲ ਨੂੰ ਛੱਡ ਕੇ ਤੇ ਫਿਰ ਕਿਉਂ ਜੇ ਅਕਾਲੀ ਦਲ ਉਹ ਜੀ ਕਾਂਗਰਸ ਆ ਜਿਹਨੂੰ ਮਰਜ਼ੀ ਲੋਕੀ ਵੋਟਾਂ ਪਾਈ ਜਾਂਦੇ। ਮੈਂ ਸਿਰਫ ਇਹ ਕਹਿੰਦਾ ਕਿ ਸਿੱਖ ਕੌਮ ਦੇ ਅਸੂਲਾਂ ਤੇ ਚੱਲਣ ਵਾਲੇ ਬਹੁਤ ਵਿਰਲੇ ਬੰਦੇ ਹੁੰਦੇ ਆ, ਔਰ ਜਿਹੜੇ ਵਿਰਲੇ ਬੰਦੇ ਇਸ ਕੌਮ ਨੂੰ ਸਮਝਦੇ ਆ ਉਹ ਆਪਣੀ ਜਾਨ ਦੀ ਹੁੱਕੀ ਦੇ ਜਾਂਦੇ ਆ। ਨਾ ਅੱਗੇ ਘਾਟਾ ਸੀ, ਨਾ ਗਾਹ ਨੂੰ ਘਾਟਾ ਰਹਿਣਾ, ਨਾ ਗਦਾਰਾਂ ਦਾ ਘਾਟਾ, ਨਾ ਵਫਾਦਾਰਾਂ ਦਾ ਘਾਟਾ। ਤੁਹਾਡਾ ਬਹੁਤ ਧੰਨਵਾਦ। ਧੰਨਵਾਦ ਭਾਈ ਜੀ ਬਹੁਤ ਬਹੁਤ। ਸਰਦਾਰ ਪ੍ਰਭਜੋਤ ਸਿੰਘ ਜੀ ਲਾਈਨ ਨੰਬਰ 2। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਸਿੰਘ ਸਾਹਿਬ। ਹਾਂਜੀ ਖਾਲਸਾ ਵਾਹਿਗੁਰੂ ਜੀ। ਤੁਸੀਂ ਜਿਹੜਾ ਆ ਤੇ ਇਹੋ ਮੈਨੂੰ ਯਾਦ ਆ ਬਹੁਤ ਸਮੇਂ ਤੋਂ ਤੁਸੀਂ ਜਿਹੜਾ ਹੈ ਨਾ ਜੂਨ ਮਹੀਨੇ ਦਾ ਪ੍ਰੋਗਰਾਮ ਕਰਦੇ ਆਏ ਆ, ਤੇ ਐਤਕੀ ਤੁਸੀਂ ਜਿਹੜਾ ਮਈ 'ਚ ਵੀ ਜਿਹੜਾ ਆ ਸ਼ੁਰੂਆਤ ਤੋਂ ਲੈ ਕੇ ਜਿਹੜੀ ਗੱਲ ਸ਼ੁਰੂ ਕੀਤੀ, ਤਾਂ ਜਦੋਂ ਤੁਸੀਂ ਗੱਲ ਕਰਦੇ ਸੀ ਤਾਂ ਉਦੋਂ ਚਿੱਤ ਕਰ ਰਿਹਾ ਸੀ ਤੁਹਾਡਾ ਧੰਨਵਾਦ ਕਰੇ, ਪਰ ਫਿਰ ਮੈਨੂੰ ਪਤਾ ਸੀ ਤੁਸੀਂ ਇੱਥੇ ਤੱਕ ਲੈ ਕੇ ਆਉਣਾ ਹੈਗਾ ਆ, ਸੋ ਉਸੇ ਕਰਕੇ ਸੁਣੀਦਾ ਸੀ। ਤੇ ਇਹ ਵਧੀਆ ਗੱਲ ਆ ਤੁਸੀਂ ਜਿੱਦਾਂ ਦੱਸਣਾ ਸ਼ੁਰੂ ਕੀਤਾ, ਤਾਂ ਮੈਨੂੰ ਲੱਗਦਾ ਹੈ ਜਿਹੜਾ ਤੁਹਾਡਾ ਉਪਰਾਲਾ ਹੈਗਾ ਇਹਨੂੰ ਸੁਣ ਕੇ ਹੁਣ ਦੂਜੇ ਪਾਸੇ ਵੀ ਦੂਜਿਆਂ ਨੂੰ ਵੀ ਥੋੜੀ ਥੋੜੀ ਲਾਗ ਲੱਗੀ ਆ, ਤੇ ਉਹ ਵੀ ਇਹੋ ਥੋੜਾ ਹੁਣ ਜੂਨ ਦੀ ਗੱਲ ਕਰਨੀ ਸ਼ੁਰੂ ਕੀਤੀ ਹੈਗੀ ਹੈ ਇੱਧਰ ਉੱਧਰ। ਬਹੁਤ ਵਧੀਆ ਉਪਰਾਲਾ, ਇਹਨੂੰ ਇਸੇ ਤਰ੍ਹਾਂ ਜਾਰੀ ਰੱਖਿਓ, ਧੰਨਵਾਦ। ਤੇ ਬਾਕੀ ਜਿਹੜਾ ਜੋ ਉੱਥੇ ਜੂਨ 84 'ਚ ਹੋ ਗਿਆ, ਉਹਦੇ ਤੋਂ ਜਿਹੜਾ ਸਾਨੂੰ ਸਬਕ ਵੀ ਲੈਣਾ ਚਾਹੀਦਾ ਆ। ਜਿਹੜੇ ਸਾਡੇ ਸਰੋਤੇ ਹੈਗੇ ਆ, ਸਿਰਫ ਇਹੋ ਸੁਣ ਕੇ ਇੱਥੇ ਗੱਲ ਨਹੀਂ ਛੱਡ ਦੇਣੀ ਚਾਹੀਦੀ। ਜਿਹੜੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕੋਈ ਗੱਲ ਕਹੀ ਸੀ ਨਾ ਕਿ ਖਾਲਸਾ ਦੀ ਨਹੀਂ ਰੱਖੀ ਜਾਊ, ਤੇ ਉਸ ਗੱਲ ਨੂੰ ਅੱਗੇ ਲੈ ਕੇ ਚੱਲਣਾ ਚਾਹੀਦਾ ਆ। ਸੋ ਮੇਰਾ ਖਿਆਲ ਆ ਵੀ ਸਰੋਤੇ ਇਸ ਗੱਲ ਨੂੰ ਵੀ ਜਿਹੜਾ ਆਪਣੇ ਮਨ ਵਿੱਚ ਵਸਾਉਣਗੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਫਤਿਹ ਭਾਈ ਸਾਹਿਬ। ਸਾਜ ਸਿੰਘ ਜੀ ਲਾਈਨ 3। ਧੰਨਵਾਦ ਸਰਦਾਰ ਜੀ। ਜ਼ਬਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ, ਹਰ ਸਿੱਖ ਦੀ ਇਹ ਜ਼ਿੰਮੇਵਾਰੀ ਹੈ ਤੇ ਹਰ ਸਿੱਖ ਦਾ ਫਰਜ਼ ਹੈ ਆਪਣੇ ਪੁਰਖਿਆਂ ਦੀਆਂ ਬਾਤਾਂ ਨੂੰ, ਉਹਨਾਂ ਦੀਆਂ ਕਹਾਣੀਆਂ ਨੂੰ, ਉਹਨਾਂ ਦੀਆਂ ਯਾਦਾਂ ਨੂੰ ਉਹ ਸੰਭਾਲੇ ਔਰ ਉਹਨਾਂ ਦਾ ਪ੍ਰਚਾਰ ਪ੍ਰਸਾਰ ਕਰੇ। ਇਹ ਸਾਡਾ ਅਖਲਾਕੀ ਔਰ ਗੁਰੂ ਦਾ ਹੁਕਮ ਮੰਨਣ ਦੀ ਇੱਕ ਸ਼ੁਭ ਇੱਛਾ ਦਾ ਧਾਰਨੀ ਹੋਣਾ ਵੀ ਹੈ। ਬੇਸਿਕਲੀ ਇਹ ਬ੍ਰਾਹਮਣਇਜ਼ਮ ਤੇ ਸਿੱਖਇਜ਼ਮ ਦੀ ਲੜਾਈ ਹੈ। ਬ੍ਰਾਹਮਣਇਜ਼ਮ ਜਿਹੜਾ ਹੈ ਉਹ ਇਹ ਚਾਹੁੰਦਾ ਹੈ ਕਿ ਜਿੰਨੇ ਵੀ ਛੋਟੇ ਮੋਟੇ ਫਿਰਕੇ ਜਾਂ ਮਨੌਤਾਂ ਵਾਲੇ ਇਸ ਖਿੱਤੇ ਵਿੱਚ ਲੋਕ ਰਹਿਣਗੇ ਉਹ ਉਹਨਾਂ ਦੀ ਰਖੇਲ ਬਣ ਕੇ ਰਹਿਣ, ਚੌਂ ਵਰਨਾਂ ਵਿੱਚ ਵੰਡ ਕੇ ਰਹਿਣ। ਗੁਰੂ ਪਾਤਸ਼ਾਹ ਨੇ, ਗੁਰੂ ਨਾਨਕ ਪਾਤਸ਼ਾਹ ਨੇ ਇਸ ਚੀਜ਼ ਨੂੰ ਮਨੁੱਖੀ ਆਜ਼ਾਦੀ ਦੇ ਉੱਤੇ ਹਮਲਾ ਸਮਝਿਆ ਔਰ ਉਹਨਾਂ ਨੇ ਇਹਦਾ ਵਿਰੋਧ ਕੀਤਾ। ਉਦੋਂ ਤੋਂ ਇਹ ਕੰਮ ਚੱਲਦਾ ਆ ਰਿਹਾ, ਇਹ ਲਗਾਤਾਰ ਚੱਲਣਾ, ਇਹ ਨਿਰੰਤਰ ਰਹਿਣਾ ਹੈ।
ਉਹਦਾ ਕਾਰਨ ਇਹ ਹੈ ਕਿ ਦੋਨੇ ਜਿਹੜੀਆਂ ਦਿਸ਼ਾਵਾਂ ਨੇ ਆਪਸ ਵਿੱਚ ਨਹੀਂ ਮਿਲਦੀਆਂ ਔਰ ਸਿੱਖ ਨੂੰ ਇਸ ਨੂੰ ਸਮਝ ਕੇ ਆਪਣੇ ਗੁਰੂ ਪ੍ਰਤੀ ਵਫਾਦਾਰ ਹੋਣ ਦੀ ਲੋੜ ਹੈ। ਦੂਸਰਾ ਜਿਹੜਾ ਤੁਸੀਂ ਦਰਬਾਰ ਸਾਹਿਬ ਦੀ ਗੱਲ ਕਰਦੇ ਸੀ, ਉਹਦੇ ਵਿੱਚ ਸਭ ਤੋਂ ਵੱਡੀ ਚੀਜ਼ ਹੈਗੀ ਆ ਗੁਰ ਕੀ ਨਿੰਦਾ ਸੁਣੇ ਨਾ ਕਾਨ। ਜਿਹੜਾ ਗੁਰੂ ਨੂੰ ਪਿਆਰ ਕਰਨ ਵਾਲਾ ਸਪੁੱਤ ਹੈ ਉਹਦਾ ਅਖਲਾਕੀ ਫਰਜ਼ ਬਣ ਜਾਂਦਾ ਵੀ ਆਪਦੇ ਗੁਰ ਗਿਆਨ। ਇਸੇ ਕਰਕੇ ਉਹਦਾ ਨਾਮ ਦਰਬਾਰ ਸਾਹਿਬ ਹੈ। ਸਾਹਿਬ ਮੇਰਾ ਇੱਕ ਹੈ। ਇੱਕ ਅਕਾਲ ਪੁਰਖ ਦੇ ਦਰਬਾਰ ਦੀ ਜਗ੍ਹਾ ਸਥਾਪਿਤ ਧਰਤੀ ਤੇ ਕਰਨ ਤੋਂ ਬਾਅਦ ਮਨੁੱਖ ਨੂੰ ਉਸ ਅਕਾਲ ਦੀ ਰਹਿਨਮਾਈ ਵਿੱਚ ਚੱਲਣ ਦੀ ਕਿਰਿਆ ਦਾ ਇੱਕ ਉੱਤਮ ਉਪਰਾਲਾ ਜਿਹੜਾ ਉਹ ਇਸ ਧਰਤੀ ਤੇ ਗੁਰੂ ਪਾਤਸ਼ਾਹ ਦੇ ਕੇ ਗਏ ਨੇ। ਇਸ ਕਰਕੇ ਸਿੱਖ ਦਾ ਉਹ ਜਾਨ ਹੈ, ਸਿੱਖ ਦੀ ਉਹ ਜਿੰਦ ਹੈ, ਸਿੱਖ ਦੇ ਸਵਾਸ ਨੇ ਔਰ ਸਿੱਖ ਦਾ ਸਾਰਾ ਕੁਝ ਹੀ ਹੈ। ਇਸ ਕਰਕੇ ਸਿੱਖ ਉਧਰ ਨੂੰ ਖਿੱਚਿਆ ਜਾਂਦਾ ਔਰ ਸਾਨੂੰ ਵੀ ਖਿੱਚਿਆ ਜਾਣਾ ਚਾਹੀਦਾ। ਉਹਦੀ ਅਜ਼ਮਤ, ਉਹਦੀ ਸੇਵਾ ਔਰ ਉਹਦੇ ਪ੍ਰਤੀ ਵਫਾਦਾਰੀ ਸਿੱਖ ਦਾ ਨਿਯਮ ਹੋਣਾ ਚਾਹੀਦਾ। ਜੇ ਬੰਦਾ ਕੋਈ ਭੇਖਾਧਾਰੀ ਸਿੱਖ ਬਣ ਕੇ ਏਦਾਂ ਦੀਆਂ ਚੀਜ਼ਾਂ ਦੀ ਨਿਖੇਧੀ ਜਾਂ ਖੰਡਨ ਕਰਨ ਦੀ ਕੋਸ਼ਿਸ਼ ਕਰਦਾ, ਇਹ ਉਹਦਾ ਨਿਰਣਾ ਹੈ ਕਿ ਉਹ ਆਪਣੇ ਆਪ ਤੋਂ ਔਰ ਗੁਰੂ ਤੋਂ ਮੁਨਕਰ ਹੈ। ਉਪਰਾਲਾ ਹਰ ਸਿੱਖ ਨੂੰ ਕਰਨਾ ਚਾਹੀਦਾ। ਯਾਦ ਕੀਤਾ, ਤੁਸੀਂ ਯੋਗਦਾਨ ਪਾਇਆ, ਧੰਨਵਾਦ, ਮਿਹਰਬਾਨੀ ਸਰਦਾਰ ਜੀ। ਧੰਨਵਾਦ ਜੀ, ਬਹੁਤ ਬਹੁਤ। ਸੋ ਹਾਕਮ ਸਿੰਘ, ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸਾਹਿਬ। ਪਹਿਲਾਂ ਤਾਂ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ, ਯੋਧਿਆਂ ਨੂੰ ਜਿਨ੍ਹਾਂ ਨੇ 84 ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ। ਦੂਜਾ, ਉਹ ਯੋਧਾ ਚਾਹੇ ਦੁਸ਼ਮਣ ਕਿੰਨਾ ਵੀ ਤਗੜਾ ਸੀ, ਡਟ ਕੇ ਲੜਿਆ। ਉਸ ਚੀਜ਼ ਦਾ ਦੁੱਖ ਨਹੀਂ, ਉਹਦਾ ਦੁੱਖ ਉਸ ਚੀਜ਼ ਦਾ ਬਹੁਤ ਜ਼ਿਆਦਾ ਆਉਂਦਾ ਜਦੋਂ ਜਿਹੜੇ ਲੋਕਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਸਿਰ ਤੇ ਪੱਗਾਂ ਆਪਦੇ ਆਪ ਨੂੰ ਕੈਪਟਨ ਜਾਂ ਹੋਰ ਸਿੱਧੂ ਵਰਗੇ ਖਵਾਉਣ ਵਾਲੇ ਜਿਹੜੇ ਐਨ ਉਸ ਦਿਨ ਉਹ ਟਰਵਾਰ ਦੀਆਂ ਜਾ ਕੇ ਮਿਹਨਤਾਂ ਕਰਦੇ ਵੀ ਮੈਨੂੰ ਕੁਰਸੀ ਦੇ ਦਿਓ, ਮੈਨੂੰ ਕੁਰਸੀ ਦੇ ਦਿਓ। ਲਾਹਨਤ ਇਹੋ ਜਿਹੇ ਇਨਸਾਨਾਂ ਦੇ ਜਿਹੜੇ ਇਸ ਦਿਨ ਤੇ ਇਹ ਨਹੀਂ ਉਹਨਾਂ ਨੇ ਵਿਚਾਰ ਕੀਤਾ ਵੀ ਸਾਡੇ ਕੌਮ ਤੇ ਬੜਾ ਜ਼ੁਲਮ ਹੋਇਆ ਇਹਨਾਂ ਦਿਨਾਂ 'ਚ, ਅਸੀਂ ਇਹਨਾਂ ਦਿਨਾਂ 'ਚ ਨਾ ਉੱਥੇ ਪਹੁੰਚੀਏ। ਇਹ ਲੋਕ ਕੁਰਸੀ ਦੀ ਖਾਤਰ ਤੁਰੇ ਫਿਰਦੇ ਆ ਤੇ ਦਿਖਾਵੇ ਦੇ ਤੌਰ ਤੇ ਆਪਦੇ ਆਪ ਨੂੰ ਸਿੱਖ ਖਵਾਉਂਦੇ ਆ। ਲਾਹਨਤ ਇਹੋ ਜਿਹੇ ਲੋਕਾਂ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਦਿਓਲ ਸਾਹਿਬ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਗਿਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਧੰਨਵਾਦ ਤੁਹਾਡਾ। ਅੱਜ ਦੇ ਪ੍ਰੋਗਰਾਮ ਇਸ ਹਿਸਾਬ ਨਾਲ ਨਹੀਂ, ਤਕਰੀਬਨ ਕੁਝ ਸਾਲਾਂ ਤੋਂ ਹੀ ਜਿਸ ਤਰ੍ਹਾਂ ਤੁਸੀਂ ਦੂਜਾ ਪੱਖ ਪੇਸ਼ ਕੀਤਾ ਤੇ ਜਿਸ ਤਰ੍ਹਾਂ ਸਰਦਾਰ ਰਜਮੇਤ ਸਿੰਘ ਦੀਆਂ ਕਿਤਾਬਾਂ ਆਈਆਂ ਹੋ ਰਿਹਾ, ਕਿਉਂਕਿ ਅਸੀਂ ਸਾਰੇ ਉਹਨਾਂ ਚੋਂ ਹੀ ਆ ਜਿਨ੍ਹਾਂ ਨੇ ਹੁਣ ਤੱਕ ਸਟੇਟ ਦਾ ਪੱਖ ਹੀ ਸੁਣਿਆ ਸੀਗਾ ਤੇ ਹੁਣ ਦੂਜਾ ਪੱਖ ਪੇਸ਼ ਕਰਨ ਤੇ ਵੀ ਸਟੇਟ ਦੇ ਜਿੱਦਾਂ ਕਹਿੰਦੇ ਮੈਂ ਕਹਿੰਦਾ ਭਾਂਡੇ ਰੱਖਿਓ, ਉਹਨਾਂ ਨੂੰ ਬੜੀ ਤਕਲੀਫ ਹੈ ਵੀ ਆਇਆ ਲੋਕਾਂ ਨੂੰ ਦੱਸਦੇ ਆ ਵੀ ਇਹ ਕਰਾਈ ਦੇ ਵੀ ਆ ਤੇ ਮੇਰੇ ਖਿਆਲ ਨਾਲ ਆਪਣਾ ਕਰਾਈ ਦੇ ਵੀ ਹਲੇ ਸੁਣਿਆ ਨਹੀਂ। ਕੋਈ ਕਾਲ ਵੀ ਕਰਕੇ ਚੱਲੇ ਤਾਂ 10-10 ਮਿੰਟ ਵੀ ਰੁਕਦੇ ਰਹਿੰਦੇ। ਐਨੀਵੇ, ਮੈਂ ਸਵਾਲ ਸਿੱਖ ਮਾਨਸਿਕਤਾ ਨੂੰ ਪਹਿਲਾਂ ਸੋਚਣ ਦੀ ਲੋੜ ਆ ਵੀ ਸਾਨੂੰ ਵੀ ਅਸਲ 'ਚ ਹਾਲੇ ਤੱਕ ਇਹ ਸਮਝ ਨਹੀਂ ਰਹੀ ਅਕਾਲ ਤਖ਼ਤ ਸਾਹਿਬ ਤੇ ਦਰਬਾਰ ਸਾਹਿਬ ਦੀ ਸਾਡੇ ਲਈ ਕੀ ਅਹਿਮੀਅਤ ਆ। ਅਸੀਂ ਜਿੱਦਾਂ ਸੋਚ ਰਹੇ ਸਟੇਟ ਕਿਸੇ ਵੀ ਰੂਪ ਦੇ ਵਿੱਚ ਹੋਵੇ, ਭਾਵੇਂ ਮੁਗਲ ਸਟੇਟ ਰਹੀ ਆ, ਭਾਵੇਂ ਔਰੰਗਜ਼ੇਬ ਦੀ ਆ, ਜਾਂ ਅੱਜ ਨੇਸ਼ਨ ਸਟੇਟ ਆ, ਇੰਡੀਅਨ ਸਟੇਟ ਆ ਜਾਂ ਅਮਰੀਕਾ, ਜਾਂ ਸਟੇਟ ਹਮੇਸ਼ਾ ਹੀ ਜਦੋਂ ਇੱਕ ਉਹਦਾ ਸੰਵਿਧਾਨਿਕ ਢਾਂਚਾ ਹੁੰਦਾ, ਇੱਕ ਉਹਦੀ ਸ਼ਕਤੀ ਹੁੰਦੀ, ਹਥਿਆਰਬੰਦ ਜਿਹੜੀ ਹੁੰਦੀ ਆ। ਫਿਰ ਸਿੱਖਾਂ ਨੂੰ ਜਦੋਂ ਲਗਾਤਾਰਤਾ ਚ ਗੁਰੂ ਪਾਤਸ਼ਾਹ ਤੋਂ ਪੰਜਮ ਪਾਤਸ਼ਾਹ ਸ਼ਹੀਦੀ ਤੋਂ ਬਾਅਦ ਜਿਹੜੀ ਹਰਗੋਬਿੰਦ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਬਣਾ ਕੇ ਦਿੱਤਾ, ਸਿੱਖਾਂ ਨੂੰ ਇਹ ਬਿਲਕੁਲ ਅਹਿਸਾਸ ਨਹੀਂ ਅੱਜ ਬਹੁਤਿਆਂ ਨੂੰ ਵੀ ਸਾਨੂੰ ਹਥਿਆਰਬੰਦ ਤੇ ਅਸੀਂ ਉਹਨੂੰ ਪੂਜਾ ਸਥਲ ਨਹੀਂ ਬਣਾ ਸਕਦੇ। ਦਰਬਾਰ ਸਾਹਿਬ ਸਾਡਾ ਪੂਜਾ ਸਥਲ ਹੈ, ਨਾਲ ਉਹਦੇ ਸਾਹਮਣੇ ਸਾਡੀ ਉਹ ਕਾਹਦੀ ਇੱਕ ਸ਼ਕਤੀ ਜਿਹੜੀ ਆ ਹਥਿਆਰ ਤੇ ਭਗਤੀ ਤੇ ਸ਼ਕਤੀ ਦਾ ਕੀ ਸੁਮੇਲ ਆ। ਮੇਰਾ ਕਹਿਣ ਦਾ ਭਾਵ ਆ ਵੀ ਉਹ ਜਦੋਂ 18ਵੀਂ ਸਦੀ ਸੈਂਚਰੀ ਦੇ ਵਿੱਚ ਤੁਸੀਂ ਸਾਹਿਬ ਜੋ ਸੁਣਾਈ ਆ, ਉਹਦੇ ਵਿੱਚ 1764 ਦੇ ਵਿੱਚ ਉਹ ਜਦੋਂ ਅਕਾਲ ਤਖ਼ਤ ਸਾਹਿਬ ਨੂੰ ਮੰਨ ਲਓ ਮੁੜ ਉੱਥੇ ਹੋਏ ਕਾਬਜ, ਉਹ ਬੁੱਢਾ ਦਲ 1849 ਤੱਕ ਉੱਥੇ ਕਾਬਜ ਰਿਹਾ, ਉਹਨੂੰ ਹਥਿਆਰਬੰਦ ਰੱਖਿਆ। ਸਟੇਟ ਜਦੋਂ ਵੀ ਕੋਈ ਕਿਸੇ ਦਾ ਰੂਪ ਹੈਗਾ ਉਹ ਦਰਬਾਰ ਸਾਹਿਬ ਤੋਂ ਵੱਧ ਮੰਨ ਲਓ ਸਿੱਖਾਂ ਦੀ ਉਸ ਸ਼ਕਤੀ ਤੋਂ ਡਰਦੀ ਸੀਗੀ ਜਿਹੜੀ ਉੱਥੇ ਬੈਠੀ ਸੀਗੀ ਬੁੱਢਾ ਦਲ ਦੇ ਰੂਪ ਦੇ ਵਿੱਚ। ਤੇ 1857 ਦਾ ਆਪਾਂ ਕਹਿੰਦੇ ਨੇ ਬਹੁਤ ਕਦਰ ਬਹੁਤ ਵੱਡਾ ਹੈ। ਉਸ ਤੋਂ ਪਹਿਲਾਂ ਸੋਚਿਆ ਜਾਵੇ ਬਾਬਾ ਹਨੂਮਾਨ ਸਿੰਘ ਨੇ, ਜਿਹੜਾ ਬਾਬਾ ਆਖਰੀ ਸੀਗੇ ਉੱਥੇ ਬਾਬਾ ਬੁੱਢਾ ਦਲ ਦੇ ਹੈਗੇ, ਉਹਨਾਂ ਨੇ ਕਿੰਨੀ ਵੱਡੀ ਜੰਗ ਲੜੀ ਸੀਗੀ। ਉਹ ਮਤਲਬ 25,000 ਸ਼ਹੀਦ ਹੋਏ ਸੀਗੇ ਪਟਿਆਲੇ ਦੇ ਵਿੱਚ। ਪਹਿਲਾਂ ਸ਼ਾਮ ਸਿੰਘ ਅਟਾਰੀ ਵਾਲੇ ਨਾਲ ਉਹਦੀ ਜੰਗ ਲੜੀ। ਅੰਗਰੇਜ਼ਾਂ ਨੇ ਉਹ ਸ਼ਕਤੀ ਸਾਡੇ ਕੋਲ ਖੋ ਕੇ ਸਿਰਫ ਸਾਨੂੰ ਪੂਜਾ ਸਥਲ ਬਣਾ ਦਿੱਤਾ। ਸਾਡੀ ਸਾਰੀ ਹੀ
ਮਤਲਬ ਧਾਰਮਿਕ ਸਿੱਖ ਨੂੰ ਸੰਭਾਲਣ 'ਚ એનર્ਜੀ ਲੱਗੀ ਨਹੀਂ। ਹੁਣ ਵੀ ਜੋ ਸੰਤਾਂ ਨੇ ਉਹਨੂੰ ਪ੍ਰਗਟ ਰੂਪ ਵਿੱਚ ਅਕਾਲ ਤਖਤ ਦੀ ਸ਼ਕਤੀ ਨੂੰ ਪ੍ਰਗਟ ਕੀਤਾ ਸੀ, ਹਾਲੇ ਵੀ ਉਹਨੂੰ ਇੱਕ ਧਾਰਮਿਕ ਸਥਾਨ ਹੀ ਬਣਾ ਕੇ ਉਹ ਸਾਡੇ ਬੰਦੇ ਇੰਟੈਲੈਕਚੁਅਲ ਜਿਹੜੇ ਕਹਿੰਦੇ ਵੀ ਸਾਰਾ ਕੁਝ ਪੜਿਆ ਉਹ ਵੀ ਪੁੱਛੀ ਜਾਂਦੇ ਵੀ ਉੱਥੇ ਹੀ ਹਥਿਆਰ ਰੱਖਣੇ ਜਾਇਜ਼ ਆ ਨਹੀਂ ਜਾਇਜ਼ ਆ। ਹਾਲੇ ਤੱਕ ਉਹਨੂੰ ਕੋਈ ਨਹੀਂ ਵੀ ਜੇ ਸਟੇਟ ਕੋਲ ਜਾਇਜ਼ ਆ ਜਾਂ ਕਿਸੇ ਵੀ ਤਰ੍ਹਾਂ ਦੀ ਸਟੇਟ ਕੋਲ ਸਾਨੂੰ ਕਿਉਂ ਨਹੀਂ ਜਾਇਜ਼, ਸਾਨੂੰ ਤਾਂ ਗੁਰੂ ਪਾਤਸ਼ਾਹ ਦੇ ਕੇ ਗਏ ਆ। ਤੇ ਜਿੰਨਾ ਚਿਰ ਇਹ ਸਿੱਖ ਮਾਨਸਿਕਤਾ ਸਮਝ ਨਹੀਂ ਵੀ ਉਹ ਜਿਹੜਾ ਸਾਰਾ ਢਾਂਚਾ ਆ ਉਹ ਇੰਡੀਅਨ ਸਟੇਟ ਦਾ ਨਹੀਂ ਹੈਗਾ, ਵੀ ਉਹ ਦਰਬਾਰ ਸਾਹਿਬ ਜਿਹੜਾ ਉਹ ਸਾਰਾ ਜੋ ਜਿੰਨੀ ਸਿੱਖ ਸੋਵਰੇਨਟੀ ਦੇ ਨਿਸ਼ਾਨ ਆ ਉਹ ਇੰਡੀਅਨ ਸਟੇਟ ਉਹਦਾ ਮਤਲਬ ਨਹੀਂ ਹੈਗਾ। ਇੰਡੀਅਨ ਸਟੇਟ ਅੱਜ ਹੈਗੀ ਆ, ਕੱਲ ਨੂੰ ਨਹੀਂ ਹੋਣੀ। ਉਹ ਸਾਡਾ ਦੀਨੀ ਸਟਰਕਚਰ ਆ ਪੀਰੀ ਤੇ ਪੀਰੀ ਦਾ। ਜਿਹਨੂੰ ਇਹ ਸਮਝਿਆ ਉਹਨੂੰ ਤਾਂ ਸਾਰਾ ਕੁਝ ਸਮਝ ਆਉਣਾ। ਜਿਹਨੂੰ ਸਿਰਫ ਇਹ ਲੱਗਦਾ ਵੀ ਲੋਕਤੰਤਰ ਆ ਗਿਆ, ਕਾਨੂੰਨ ਬਣ ਗਿਆ, ਉਹ ਗੁਲਾਮ ਮਾਨਸਿਕਤਾ ਨੂੰ ਕਦੇ ਨਹੀਂ ਸਮਝਣਾ। ਉਹ ਅੰਗਰੇਜ਼ਾਂ ਵੇਲੇ ਵੀ ਗੁਲਾਮ ਸੀਗੀ, ਮੁਗਲਾਂ ਵੇਲੇ ਵੀ ਗੁਲਾਮ ਆ, ਅੱਜ ਵੀ ਗੁਲਾਮ। ਕੱਲ ਨੂੰ ਸਿੱਖ ਭਾਵੇਂ ਆਪਣਾ ਰਾਜ ਲੈਣ, ਉਹਨਾਂ ਨੇ ਸਿੱਖਾਂ ਦੇ ਅੰਦਰ ਵੀ ਗੁਲਾਮੀ ਕਰਨੀ, ਉਹਦੀ ਸੋਵਰੇਨਟੀ ਦੀ ਗੱਲ ਨਹੀਂ, ਖੁਦ ਮੁਖਤਿਆਰੀ ਲੈਣੀ ਲੜਨਾ। ਤੇ ਮੇਰੇ ਖਿਆਲ ਨਾਲ ਬਾਕੀ ਤੁਸੀਂ ਸਭ ਕੁਝ ਫਾਈਟ ਕਰੇ। ਧੰਨਵਾਦ ਜੀ। ਕੋਸ਼ਿਸ਼ ਕੀਤੀ ਹੈ ਜੀ ਮੈਂ ਵੱਧ ਤੋਂ ਵੱਧ ਕਿਤਾਬਾਂ ਜਿਸ ਤਰ੍ਹਾਂ ਦਿਓ ਸਾਹਿਬ ਦੱਸ ਕੇ ਗਏ ਨੇ, ਦਲਵੀਰ ਸਿੰਘ ਪੱਤਰਕਾਰ ਉਹਨਾਂ ਦੀ ਕਿਤਾਬਾਂ ਤੇ ਮਹਿੰਦਰ ਸਿੰਘ ਪੱਤਰਕਾਰ ਉਹਨਾਂ ਦੀਆਂ, ਜਸਪਾਲ ਸਿੰਘ ਸਿੱਧੂ ਉਹਨਾਂ ਦੀਆਂ ਪੱਤਰਕਾਰੀ ਦੇ ਬਾਰੇ, ਤੇ ਨਾਲ ਸਭ ਤੋਂ ਵੱਡੀ ਜਿਹੜੀ ਗੱਲ ਹੈ ਸਰਦਾਰ ਅਜਮੇਰ ਸਿੰਘ ਦੀਆਂ ਕਿਤਾਬਾਂ ਜਿਹੜੀਆਂ 20ਵੀਂ ਸਦੀ ਦੀ ਸਿੱਖ ਰਾਜਨੀਤੀ, ਉਹਦੇ ਆਧਾਰਿਤ ਤੁਹਾਨੂੰ ਵੱਧ ਤੋਂ ਵੱਧ ਸੁਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦੀਆਂ 6 ਕਿਤਾਬਾਂ ਨੇ। ਇਹ ਪਹਿਲੀ 20ਵੀਂ ਸਦੀ ਦੀਆਂ ਸਿੱਖ ਰਾਜਨੀਤੀ 3 ਨੇ, ਇੱਕ ਗੁਲਾਮੀ ਤੋਂ ਦੂਜੀ ਗੁਲਾਮੀ, ਤੇ ਉਸ ਤੋਂ ਬਾਅਦ ਕਿਸਮਤ ਰੂਲੀ ਪਾਤਸ਼ਾਹੀ, ਦੇ ਖੋਰਾ ਕਿੱਥੇ ਲੱਗਿਆ, ਅਣਚਿਤ ਵਿਆ ਕਹਿਰ, ਸਿੱਖਾਂ ਦੀ ਸਿਧਾਂਤਕ ਘੇਰਾਬੰਦੀ, ਤੇ ਕਦਰੀ ਬਾਬੇ ਕੌਣ ਸਨ, ਤੇ ਸ਼ਾਹ ਸਵਾਰ ਤੂਫਾਨਾਂ ਦਾ ਸਰਦਾਰ ਕਰਤਾਰ ਸਿੰਘ ਸਰਾਭਾ। ਕਿਤਾਬਾਂ ਪੜ੍ਹਨ ਵਾਲੀਆਂ ਨੇ, ਜਿਹੜੇ ਪਸੰਦ ਕਰਦੇ ਆ, ਜਿਨ੍ਹਾਂ ਨੂੰ ਨਹੀਂ ਫਿੱਟ ਆਉਂਦੀਆਂ ਨਾ ਆਉਣ, ਪਰ ਇੱਕ ਗੱਲ ਨਵੀਂ ਤੋਰੀ ਆ, ਬਹਿਸ ਨਵੀਂ ਤੋਰੀ ਆ, ਇਹ ਉਹਨਾਂ ਨੂੰ ਮਾਣ ਜਾਂਦਾ। ਰੱਬ ਰਾਖਾ, ਕੱਲ ਨੂੰ ਮਿਲਦੇ ਆ ਤੇ ਹੋਰ ਕੱਲ ਨੂੰ ਇਸ ਤੀਸਰੇ ਘੱਲੂਘਾਰੇ ਵੱਲ ਗੱਲ ਹੋਈ ਤੇ ਅਖੀਰ ਚ ਮੈਂ ਸਿੰਘ ਕਵੀਸ਼ਰ ਤੁਹਾਡੇ ਲਈ। ਰੱਬ ਰਾਖਾ।